ਚੱਲ ਰਹੇ ਗੁਰਮਤਿ ਸਮਾਗਮਾਂ ਵਿੱਚ ਸੰਧਿਆ ਦੇ ਦੀਵਾਨ ਵਿੱਚ ਹਾਜ਼ਰੀ ਭਰਦੇ ਹੋਏ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਭਾਈ ਸਾਹਿਬ ਜੀ ਨੇ ਸਰਵਣ ਕਰਾਇਆ ਹੈ। ਆਓ ਜੋ ਵਿਚਾਰ ਦੀ ਲੜੀ ਕੱਲ ਆਪਾਂ ਪ੍ਰਾਰੰਭ ਕੀਤੀ ਸੀ, ਉਸ ਨੂੰ ਅੱਜ ਅੱਗੇ ਸਤਿਗੁਰਾਂ ਦੀ ਕਿਰਪਾ ਨਾਲ ਆਪਾਂ ਵਿਚਾਰ ਸਕੀਏ। ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸ਼ੋਭਾਏਮਾਨ ਹੋ, ਕਿਰਪਾ ਕਰੋ, ਅਸੀਸ ਬਖਸ਼ੋ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਵਿੱਚ ਵਰਤ ਕੇ ਇਤਿਹਾਸ ਦੀ ਔਰ ਗੁਰੂ ਸ਼ਬਦ ਦੀ ਵਿਚਾਰ ਕਰਾ ਲੈਣ। ਪਿਆਰ ਅਦਬ ਸਹਿਤ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਤੱਕ ਜੋ ਗੁਰਿਆਈ ਦੀ ਇਲਾਹੀ ਦਾਤ ਹੈ, ਜੋ ਚਲਾਕੀ ਨਾਲ, ਚਤੁਰਾਈ ਨਾਲ ਜਾਂ ਕਿਸੇ ਸੰਸਾਰ ਦੇ ਬਾਦਸ਼ਾਹ ਦੇ ਦਬਾਅ ਨਾਲ ਹਾਸਲ ਨਹੀਂ ਹੁੰਦੀ। ਇਹ ਧੁਰ ਪਾਰ ਬ੍ਰਹਮ ਪਰਮੇਸ਼ਵਰ ਦੀ ਬਖਸ਼ਿਸ਼ ਹੈ ਤੇ ਜਿਸ ਦੇ ਨਾਮ ਤੇ ਹੈ ਉਸੇ ਦੇ ਘਰ ਵਿੱਚ ਹੀ ਇਹ ਆਉਣੀ ਹੈ। ਕੱਲ ਆਪ ਸੰਗਤ ਨੂੰ ਬੇਨਤੀ ਕੀਤੀ ਸੀ ਬੜੇ ਸੰਖੇਪ ਸ਼ਬਦ ਲੜੀ ਜੋੜਨ ਲਈ ਕਿ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੇ 3 ਬੇਟੇ ਨੇ। ਬਾਬਾ ਪਿਰਥੀ ਚੰਦ ਸਭ ਤੋਂ ਵੱਡੇ ਨੇ, ਉਹਨਾਂ ਤੋਂ ਛੋਟੇ ਬਾਬਾ ਮਹਾਦੇਵ ਜੀ ਨੇ ਤੇ ਸਭ ਤੋਂ ਛੋਟੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ। ਇਹ ਵੀ ਇੱਕ ਵਾਰ ਸੰਗਤ ਵਿੱਚ ਮੈਂ ਅਰਜ਼ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੀ ਸੱਤਾ ਬਲਵੰਡ ਸਾਹਿਬ ਜੀ ਦੀ ਵਾਰ ਹੈ, ਰਾਮ ਕਲੀ ਕੀ ਵਾਰ, ਉਸ ਵਿੱਚ ਸਤਿਗੁਰਾਂ ਦਾ ਨਾਮ ਜੋ ਦਿੱਤਾ ਹੈ ਉਹ ਅਰਜਨ ਦਿੱਤਾ ਹੈ। ਪਰ ਜਿਹੜੇ ਭੱਟ ਸਾਹਿਬਾਨ ਜੀ ਨੇ ਬਚਨ ਕੀਤਾ, ਉਹਨਾਂ ਨੇ ਅਰਜਨ ਸ਼ਬਦ ਨਹੀਂ ਵਰਤਿਆ, ਉਹਨਾਂ ਨੇ ਜੱਜੇ ਦੇ ਥੱਲੇ ਔਂਕੜ ਲਾ ਕੇ ਅਰਜੁਨ ਲਿਖਿਆ ਹੈ। ਸਾਰੇ ਭੱਟਾਂ ਨੇ। ਆਪ ਜੀ ਕੋਈ ਸਵਈਆ ਵੀ ਭੱਟਾਂ ਦਾ ਪੜ੍ਹੋਗੇ ਤੇ ਉਹਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਲਈ ਸ਼ਬਦ ਅਰਜੁਨ ਹੀ ਵਰਤਦੇ ਆ। ਉਂਝ ਇਸ ਦੇ ਅਰਥ ਇੱਕ ਬਹੁਤ ਸਿਆਣੇ ਵਿਦਵਾਨ ਨੇ ਕੀਤੇ ਸਨ। ਅਰਜੁਨ ਸ਼ਬਦ ਆਵੇ ਆਪਾਂ ਕਹਾਂਗੇ ਗੁਰੂ ਪੰਚਮ ਪਾਤਸ਼ਾਹ ਜੀ, ਪਰ ਉਹਨਾਂ ਨੇ ਇਸ ਸ਼ਬਦ ਦੇ ਸੰਧੀ ਛੇਦ ਕਰਦਿਆਂ ਲਿਖਿਆ, ਇਹ 2 ਸ਼ਬਦਾਂ ਨਾਲ ਬਣਿਆ ਅਰ ਅਤੇ ਜੁਨ। ਅਰ ਦਾ ਇੱਕ ਲਫ਼ਜ਼ੀ ਅਰਥ ਹੁੰਦਾ ਅਤੇ, ਤੇ ਜੁਨ ਦਾ ਲਫ਼ਜ਼ੀ ਅਰਥ ਜੁਨਣਾ ਹੁੰਦਾ ਹੈ, ਤੇ ਅਰ ਦਾ ਇੱਕ ਲਫ਼ਜ਼ ਵੈਰੀ ਦੁਸ਼ਮਣ ਵੀ ਹੁੰਦਾ ਹੈ। ਫਿਰ ਬੇਨਤੀ, ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਬਹੁਤ ਵਾਰੀ ਵਰਤਿਆ ਹੈ ਅਰ ਜੁਨ। ਉਹ ਅਰਥ ਕਰਦੇ ਸਨ, ਅਰ ਦਾ ਅਰਥ ਦੁਸ਼ਮਣ ਵੈਰੀ ਤੇ ਜੁਨ ਦਾ ਅਰਥ ਜਿੱਤਣਾ। ਫਿਰ ਬੇਨਤੀ ਸੁਣਿਓ, ਜੁਨ ਦਾ ਅਰਥ ਜੂਝਣਾ ਨਹੀਂ, ਇੱਥੇ ਉਹ ਅਰਥ ਕਰਦੇ ਨੇ ਜੁਨ ਦਾ ਅਰਥ ਜਿੱਤਣਾ, ਕਿ ਸਤਿਗੁਰੂ ਗੁਰੂ ਅਰਜੁਨ ਦੇਵ ਉਹ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੇ ਅੰਦਰ ਬਾਹਰ ਦੇ ਦੁਸ਼ਮਣਾਂ ਨੂੰ ਜਿੱਤਿਆ ਹੋਇਆ ਹੈ। ਉਹਨਾਂ ਨੇ ਸ਼ਬਦ ਅਰਜੁਨ ਵਰਤਿਆ। ਕੱਲ ਆਪ ਜੀ ਨੂੰ ਬੇਨਤੀ ਕੀਤੀ, 18 ਸਾਲ ਦੀ ਉਮਰ ਸੀ 5ਵੇਂ ਸਤਿਗੁਰਾਂ ਦੀ ਜਦੋਂ ਉਹ ਗੁਰਿਆਈ ਤੇ ਬਿਰਾਜਮਾਨ ਹੋਏ। ਉਸ ਵਕਤ ਧੰਨ ਗੁਰੂ ਅਰਜੁਨ ਦੇਵ ਜੀ ਦੇ ਘਰ ਸੰਤਾਨ ਨਹੀਂ।
ਬਾਬਾ ਪਿਰਥੀ ਚੰਦ ਜੀ ਉਹ ਗੁਰੂ ਰਾਮਦਾਸ ਜੀ ਦੇ ਸਨਮੁਖ ਵੀ ਬੋਲਦੇ ਰਹੇ ਤੇ ਸਤਿਗੁਰੂ ਗੁਰੂ ਅਰਜਨ ਦੇਵ ਨਾਲ ਉਹਨਾਂ ਸ਼ੁਰੂ ਤੋਂ ਹੀ ਵੈਰ ਕਮਾਣਾ ਸ਼ੁਰੂ ਕਰ ਦਿੱਤਾ। ਪਰ ਇੱਕ ਬੇਨਤੀ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੀ ਵੀ ਬਾਬਾ ਪਿਰਥੀ ਚੰਦ ਲਈ ਕੋਈ ਵੀ ਅਪ ਸ਼ਬਦ ਨਹੀਂ ਬੋਲਿਆ। ਮਾੜਾ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਹੁਣ ਮੈਂ ਕੱਲ ਆਪ ਨੂੰ ਬੇਨਤੀ ਕੀਤੀ ਸੀ, ਜਦੋਂ ਮਾਤਾ ਗੰਗਾ ਜੀ ਦਾ ਸਨਮਾਨ ਹੋ ਰਿਹਾ, ਸਤਿਕਾਰ ਹੋ ਰਿਹਾ, ਇਸ ਚੀਜ਼ ਨੂੰ ਪਿਰਥੀ ਚੰਦ ਦੀ ਘਰ ਵਾਲੀ ਬੀਬੀ ਕਰਮੋਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ। ਦਰਾਣੀਆਂ ਜਠਾਣੀਆਂ ਨੇ ਉਹਨੇ ਸ਼ਬਦ ਕਹੇ ਸਨ ਕਿ ਜੇ ਤੁਸੀਂ ਪਿਤਾ ਗੁਰਦੇਵ ਦੀ ਸੇਵਾ ਕੀਤੀ ਹੁੰਦੀ ਤੇ ਅੱਜ ਇਹ ਜਿੰਨਾ ਰਾਜ ਭਾਗ ਧਨ ਦੌਲਤ ਸਤਿਕਾਰ ਇਹ ਸਾਨੂੰ ਮਿਲਦਾ, ਤੁਸੀਂ ਸੇਵਾ ਨਹੀਂ ਕੀਤੀ ਤੇ ਅੱਜ ਦੇਖੋ ਨਾ ਤੁਹਾਡੀ ਉਹ ਕੀਮਤ ਨਾ ਮੇਰੀ ਉਹ ਕੀਮਤ। ਪਰ ਮੈਂ ਫਿਰ ਬੇਨਤੀ ਕਰਾਂ, ਗੁਰੂ ਅਰਜਨ ਦੇਵ ਸਤਿਕਾਰ ਹੀ ਦਿੰਦੇ ਰਹੇ ਨੇ। ਮੈਂ ਅੱਜ ਅਰਜ਼ ਕਰਾਂਗਾ, ਜੇ ਪ੍ਰਸੰਗ ਉੱਥੋਂ ਤੱਕ ਚੱਲੇਗਾ, ਕਿ ਉਸ ਵਕਤ ਪਿਰਥੀ ਚੰਦ ਨੇ ਇੱਕ ਸ਼ਬਦ ਕਿਹਾ, ਕਹਿੰਦਾ ਸੱਚ ਇਹ ਵੇ ਉਹ ਜੋ ਸਮਾਂ ਲੰਘ ਗਿਆ, ਪਰ ਹਕੀਕਤ ਇਹ ਵੇ ਕਿ ਗੁਰੂ ਅਰਜਨ ਦੇਵ ਮਾਤਾ ਗੰਗਾ ਜੀ ਬਾਰੇ ਕਹਿੰਦਾ ਇਹਨਾਂ ਦੇ ਘਰ ਕੋਈ ਸੰਤਾਨ ਨਹੀਂ ਹੋਣੀ। ਕੱਲ ਮੈਂ ਇੱਕ ਲਫ਼ਜ਼ ਵਰਤਿਆ ਸੀ, ਪਿਰਥੀ ਚੰਦ ਨੇ ਜੋ ਕਿਹਾ ਉਹ ਇੱਕ ਪੁਰਾਣਾ ਗ੍ਰੰਥ ਹੈ, ਬੰਸਾਵਲੀ ਨਾਮਾ 10ਵਾਂ ਪਾਤਸ਼ਾਹਾਂ ਦਾ, ਕੇਸਰ ਸਿੰਘ ਛਿੱਬਰ ਦਾ। ਉਹਦੇ ਵਿੱਚੋਂ ਲਿਖਦਾ ਹੈ, ਪਿਰਥੀ ਚੰਦ ਦੇ ਬੋਲ ਸਨ, ਮਾਲਕ ਹੈ ਸਾਡਾ, ਅਸਾਂ ਹੀ ਲੈਣਾ, ਨਾ ਇਹਨਾਂ ਦਾ ਪੁੱਤਰ ਨਾ ਕੋਈ ਧੀ ਨਾ ਕੋਈ ਸਾਕ ਨਸਾਣਾ, ਨਾ ਦਾ ਪੁੱਤਰ ਨਾ ਧੀ ਹੈ, ਇਹ ਧਨ ਦੌਲਤ ਇਹ ਸਭ ਕੁਝ ਸਾਨੂੰ ਹੀ ਇੱਕ ਦਿਨ ਪ੍ਰਾਪਤ ਹੋਣਾ ਹੈ। ਇਸ ਗੱਲ ਦਾ ਪਤਾ ਮਾਤਾ ਗੰਗਾ ਜੀ ਨੂੰ ਲੱਗਾ। ਮਾਤਾ ਗੰਗਾ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਸਨਮੁਖ ਰਾਤ ਨੂੰ ਸੰਧਿਆ ਘਰ ਆਏ ਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਕਿ ਇਹ ਸ਼ਬਦ ਸੁਣਨੇ ਪੈ ਰਹੇ ਨੇ, ਇਹਨਾਂ ਦੇ ਘਰ ਸੰਤਾਨ ਪੁੱਤਰ ਧੀ ਕੋਈ ਨਹੀਂ ਹੋਣਾ ਤੇ ਸਭ ਕੋਈ ਧਨ ਪਦਾਰਥ ਜੋ ਹੈ ਇੱਕ ਦਿਨ ਸਾਨੂੰ ਹੀ ਸਾਡੇ ਘਰ ਵਿੱਚ ਹੀ ਆਉਣਾ ਹੈ। ਉਸ ਵਕਤ ਮੈਂ ਕੱਲ ਆਪ ਨੂੰ ਇੱਕ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮਹਿਲ ਸਾਡੇ ਸਨਮਾਨਯੋਗ ਮਾਤਾ ਗੰਗਾ ਜੀ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਇੱਕ ਕੰਮ ਕਰੋ, ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਰਹਿੰਦੇ ਨੇ, ਇੰਦਰੀ ਜਿੱਤ ਸਿੱਖ ਹੈ, ਗੁਰੂ ਨਾਨਕ ਸਾਹਿਬ ਦੇ ਨਵਾਜੇ ਹੋਏ ਨੇ, ਤੇ ਤੁਸੀਂ ਉਹਨਾਂ ਕੋਲ ਜਾ ਕੇ ਬੇਨਤੀ ਕਰੋ, ਅਰਦਾਸ ਕਰੋ। ਤੇ ਮੈਂ ਕੱਲ ਕੁਝ ਗ੍ਰੰਥਾਂ ਦਾ ਹਵਾਲਾ ਵੀ ਦਿੱਤਾ ਸੀ ਜਿਹੜੇ ਪੁਰਾਤਨ ਸਰੋਤ ਨੇ, ਪਰ ਮੈਂ ਅੱਜ ਉਹ ਦੁਬਾਰਾ ਦੁਹਰਾਵਾਂਗਾ ਨਹੀਂ। ਸਨਮਾਨਯੋਗ ਮਾਤਾ ਗੰਗਾ ਜੀ ਨੇ ਇਹ ਬਚਨ ਸੁਣ ਲਏ। ਹੁਣ ਇੱਥੇ ਮੇਰੀ ਇੱਕ ਬੇਨਤੀ ਆਪ ਜੀ ਨੂੰ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੰਬੰਧ ਵਿੱਚ ਹੈ, ਕਿਉਂਕਿ ਤੁਸੀਂ ਐਤਕੀ ਕਿਹਾ ਇਤਿਹਾਸਕ ਪ੍ਰਸੰਗ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਰਦਾਸ ਤੋਂ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਅੰਤਲੇ ਸਮੇਂ ਤੱਕ ਜਿੰਨੀਆਂ ਸੇਵਾਵਾਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਉਹਨਾਂ ਕੀਤੀਆਂ, ਉਸ ਹਰ ਸੇਵਾ ਦਾ ਜ਼ਿਕਰ ਕਰਨਾ ਲਾਜ਼ਮੀ ਹੋਵੇਗਾ। ਜੇ ਚੌਂਕੀਆਂ ਦੀ ਗੱਲ ਚੱਲੇਗੀ ਤੇ ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਆਉਣਾ ਹੈ। ਜੇ ਅਕਾਲ ਤਖਤ ਸਾਹਿਬ ਦੇ ਬਣਾਉਣ ਦੀ, ਨਿਰਮਾਣ ਦੀ, ਸਿਰਜਣਾ ਦੀ ਗੱਲ ਆਵੇਗੀ, ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਆਉਣਾ ਹੈ। ਗੁਰਮੁਖੋ, ਜੇ 2 ਤਲਵਾਰਾਂ ਪਹਿਨਣ ਦਾ ਜ਼ਿਕਰ ਆਏਗਾ, ਉੱਥੇ ਉਸ ਵਕਤ ਦੇ ਢਾਡੀਆਂ ਨੇ ਕਿਰਪਾਨਾਂ ਨਹੀਂ ਕਿਹਾ, ਤਲਵਾਰਾਂ ਹੀ ਲਿਖਿਆ ਹੈ। ਚਲੋ ਭਾਵੇਂ ਅਸੀਂ ਅਰਥ ਮੈਂ ਉਦਨ ਕਰਾਂਗਾ, ਉੱਥੇ 2 ਤਲਵਾਰਾਂ ਬੱਧੀਆਂ ਹੈ। ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਹੁਣ ਹੀ ਆਉਣਾ ਹੈ। ਮੇਰੀ ਬੇਨਤੀ ਹੈ, ਜਦੋਂ ਬੀੜ ਸਾਹਿਬ ਦੀ ਸੇਵਾ ਦਾ ਜ਼ਿਕਰ ਆਵੇਗਾ, ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਆਉਣਾ ਹੈ। ਜਿਸ ਵਕਤ ਬਾਬਾ ਬੁੱਢਾ ਸਾਹਿਬ ਜੀ ਅੰਤਲੇ ਸਮੇਂ ਆਪਣਾ ਚੋਲਾ ਤਿਆਗਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਘਰ ਜਾਂਦੇ ਨੇ, ਆਪਣੇ ਹੱਥੀਂ ਬਾਬਾ ਬੁੱਢਾ ਸਾਹਿਬ ਨੂੰ ਤੋਰਦੇ ਨੇ। ਮੈਂ ਤਾਂ ਕਿਹਾ ਕਿ ਤਕਰੀਬਨ ਇਸ ਸਿੱਖ ਦਾ ਹਰ ਪੜਾਅ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਜ਼ਿਕਰ ਆਉਣਾ ਹੀ ਆਉਣਾ ਹੈ। ਇੱਥੋਂ ਤੱਕ ਕਿ ਗਵਾਲੀਅਰ ਦੇ ਕਿਲੇ ਤੱਕ ਪਹੁੰਚਣਾ, ਚੌਕੀ ਲੈ ਕੇ ਉਹਦੇ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਆਉਣਾ ਹੈ। ਬਾਬਾ ਬੁੱਢਾ ਸਾਹਿਬ ਜੀ ਕੌਣ ਨੇ? ਭਾਵੇਂ ਆਪ ਜੀ ਇਤਿਹਾਸ ਤੋਂ ਇਸ ਗੱਲ ਤੋਂ ਜਾਣੂ ਵੀ ਹੋ, ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕੱਥੂ ਨੰਗਲ ਵਿਖੇ ਹੋਇਆ ਹੈ। ਮੈਂ ਸੰਖੇਪ ਜੀ ਬੇਨਤੀ ਕਰਨੀ ਹੈ। ਉਂਝ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਦੇ 2 ਨਾਵਾਂ ਦਾ ਜ਼ਿਕਰ ਕੀਤਾ ਹੈ। ਇੱਕ ਤਾਂ ਉਹਨਾਂ ਦਾ ਉਹ ਨਾਂ ਦਾ ਜ਼ਿਕਰ ਕੀਤਾ ਜੋ ਮਾਪਿਆਂ ਨੇ ਰੱਖਿਆ,
ਇੱਕ ਉਸ ਨਾਮ ਦਾ ਜ਼ਿਕਰ ਕੀਤਾ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰੱਖਿਆ। ਤੁਕ ਅੱਧੀ ਹੈ ਬਾਬਾ ਬੁੱਢਾ ਸਾਹਿਬ ਲਈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਕਿ ਅਜਿੱਤਾ ਰੰਧਾਵਾ ਭਲਾ ਹੈ। ਸਿੱਖਾਂ ਦੇ ਨਾਮਾਵਲੀ ਜਿਹੜੀ ਹੈ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਦੇ ਸਿੱਖ ਦੱਸ ਰਹੇ ਨੇ ਬਾਬਾ ਬੁੱਢਾ ਸਾਹਿਬ ਦੀ ਗਿਣਤੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਤੋਂ ਸ਼ੁਰੂ ਹੁੰਦੀ। ਫਿਰ ਬੇਨਤੀ ਅਜਿੱਤਾ ਰੰਧਾਵਾ ਭਲਾ ਹੈ। ਅਜਿੱਤਾ ਰੰਧਾਵਾ ਕੌਣ ਹੈ? ਮੇਰੀ ਬੇਨਤੀ ਖਿੱਤੇ ਰੰਧਾਵੇ ਦਾ ਬੇਟਾ ਹੈ। ਖਿੱਤਾ ਰੰਧਾਵਾ ਕੌਣ ਹੈ? ਆ ਜਿਹੜਾ ਡੇਰਾ ਬਾਬਾ ਨਾਨਕ ਸਾਹਿਬ ਅਸਥਾਨ ਹੈ, ਖਿੱਤਾ ਰੰਧਾਵਾ ਜਿਹੜਾ ਜਗੀਰਦਾਰ ਹੈ, ਸੱਚ ਇਹ ਵੇ ਕਿ ਉਹਨਾਂ ਦੇ ਅੱਗੇ ਜਿਹੜੇ ਪਟਵਾਰੀ ਸਨ ਉਹ ਬਾਬਾ ਮੂਲਾ ਜੀ ਸਨ। ਅਜਿੱਤਾ ਰੰਧਾਵਾ ਖਿੱਤੇ ਰੰਧਾਵੇ ਦਾ ਬੇਟਾ ਹੈ। ਗੁਰੂ ਨਾਨਕ ਸਾਹਿਬ ਜਦੋਂ ਬਟਾਲੇ ਗਏ ਹਾਂ ਉਸ ਵਕਤ ਸਤਿਗੁਰਾਂ ਨੇ ਇਸ ਨੂੰ ਜੀ ਦਾਨ ਦੇ ਕੇ ਨਿਵਾਜਿਆ ਹੈ। ਮੇਰੀ ਬੇਨਤੀ ਹੈ ਉੱਥੇ ਦੋ ਸਿੱਖਾਂ ਦਾ ਜ਼ਿਕਰ ਕੀਤਾ, ਅਜਿੱਤਾ ਰੰਧਾਵਾ ਤੇ ਬਾਬਾ ਬੁੱਢਾ ਜੀ ਵੀ ਰੰਧਾਵੇ ਨੇ। ਇਹਨੂੰ ਮਤਲਬ ਗੋਤ ਨਾਲ ਜੋੜ ਕੇ ਅਰਥ ਨਾ ਕਰਿਓ, ਕਿਉਂਕਿ ਭਾਈ ਸਾਹਿਬ ਨੇ ਲਿਖਿਆ ਹੈ ਅਜਿੱਤਾ ਰੰਧਾਵਾ ਭਲਾ ਹੈ, ਅੱਗੇ ਹੈ ਬੂੜਾ ਬੁੱਢਾ ਇੱਕ ਮੰਤਿਆਵ ਹੈ। ਅਜਿੱਤੇ ਰੰਧਾਵੇ ਨੂੰ ਸਿਰਫ ਭਲਾ ਲਿਖਿਆ ਹੈ ਤੇ ਬਾਬਾ ਬੁੱਢਾ ਸਾਹਿਬ ਦਾ ਪਹਿਲਾ ਨਾਮ ਜਿਹੜਾ ਮਾਪਿਆਂ ਨੇ ਰੱਖਿਆ ਉਹ ਭਾਈ ਬੂੜਾ ਸੀ ਕਹਿੰਦੇ ਆ, ਤੇ ਅੱਗੇ ਭਾਈ ਸਾਹਿਬ ਨੇ ਦੋਨੋਂ ਨਾਮ ਹੀ ਪਾ ਦਿੱਤੇ, ਬੂੜਾ ਵੀ ਪਾ ਦਿੱਤਾ ਬੁੱਢਾ ਵੀ ਪਾ ਦਿੱਤਾ, ਤੇ ਸਿਰਫ ਸ਼ਬਦ ਇੰਨਾ ਕੁ ਦਿੱਤਾ ਹੈ ਬੁੱਢਾ ਬੂੜਾ ਬੁੱਢਾ ਇੱਕ ਮਨ ਧਿਆਵੈ ਕਿ ਧੰਨ ਬਾਬਾ ਬੁੱਢਾ ਸਾਹਿਬ ਜੀ ਇੱਕ ਮਨ ਇੱਕ ਚਿੱਤ ਇਕਾਗਰ ਹੋ ਕੇ ਕਰਤੇ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਕਰਦੇ ਨੇ। ਥੋੜਾ ਜਿਹਾ ਆਓ ਮੈਂ ਆਪ ਨੂੰ ਬੇਨਤੀ ਜਿਹੜੀ ਕਰਨੀ ਚਾਹੁੰਦਾ ਕਿ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਜਿਹੜਾ ਜਨਮ ਹੈ ਉਹ ਸਨ 1506 ਨੂੰ ਹੁੰਦਾ ਹੈ। ਇਹ ਲਫ਼ਜ਼ ਧਿਆਨ ਨਾਲ ਸੁਣਿਓ, 1506 ਨੂੰ। ਤੇ ਯਾਦ ਰੱਖਿਓ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਸਨ 1595 ਨੂੰ ਹੁੰਦਾ ਹੈ, ਕਿਉਂਕਿ ਵਿਦਵਾਨਾਂ ਨੇ ਭਾਵੇਂ ਵੱਖਰੀਆਂ ਵੱਖਰੀਆਂ ਮਹਾਰਾਜ ਜੀ ਦੇ ਆਗਮਨ ਦਾ ਸਾਲ ਤਰੀਕ ਦਿੱਤੀ ਹੈ, ਪਰ ਜ਼ਿਆਦਾਤਰ ਜਿਹੜਾ ਸਵੀਕਾਰ ਕੀਤਾ ਗਿਆ ਉਹ ਇਹ ਕੀਤਾ ਗਿਆ 1595। ਇਹਦਾ ਮਤਲਬ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੀ ਆਰਬਲਾ ਹੈ ਤਕਰੀਬਨ 99-90 ਸਾਲ ਦੇ ਕਰੀਬ ਹੈ ਜਦੋਂ ਬਾਬਾ ਬੁੱਢਾ ਸਾਹਿਬ ਜੀ ਬੀੜ ਵਿੱਚ ਸੇਵਾ ਕਰਦੇ ਪਏ। ਧਿਆਨ ਨਾਲ ਸੁਣੋ ਇਸ ਬੇਨਤੀ ਨੂੰ। ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਇਹਨਾਂ ਦਾ ਜਨਮ ਹੋਇਆ। ਪਿਤਾ ਜੀ ਜ਼ਿਮੀਂਦਾਰਾ ਕਰਦੇ ਸਨ। ਜਿਹੜਾ ਇਲਾਕਾ ਰਮਦਾਸ ਦਾ ਹੈ, ਇੱਥੇ ਕਹਿੰਦੇ ਇਸ ਇਲਾਕੇ ਵਿੱਚ ਬਰਸਾਤਾਂ ਵਿੱਚ ਮੱਝਾਂ ਚਾਰਨ ਵਾਸਤੇ ਆਉਂਦੇ ਸਨ। ਸਨ 1518 ਨੂੰ ਇਹ ਬੱਚਾ ਭਾਈ ਬੂੜਾ ਇਹ ਆਪਣੇ ਮਾਲ ਡੰਗਰ ਚਾਰਦੇ ਹੋਏ ਇੱਥੇ ਨੇ, ਤੇ ਇੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਇਲਾਕੇ ਵਿੱਚ ਆਏ। ਉਂਝ ਕਿਹਾ ਜਾਂਦਾ ਹੈ ਕਿ ਉਸ ਵਕਤ ਕਰਤਾਰਪੁਰ ਜੇ ਨਹੀਂ ਸੀ ਵਸਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਇਸ ਬੱਚੇ ਨੇ ਤੇ ਮਹਾਰਾਜ ਜੀ ਦੇ ਕੋਲ ਬੈਠ ਗਿਆ। ਗੁਰੂ ਨਾਨਕ ਪ੍ਰਕਾਸ਼ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ, ਇੱਕ ਮੰਗਲ ਸਿੰਘ ਉਪਦੇਸ਼ਕ ਦੀ ਸਾਖੀ ਹੈ ਬਾਬਾ ਬੁੱਢਾ ਸਾਹਿਬ ਜੀ ਦੀ। ਵੱਖ-ਵੱਖ ਇਤਿਹਾਸ ਲਿਖਿਆ, ਪਰ ਮੈਂ ਸੰਖੇਪ ਜਿਹਾ ਕਹਾਂਗਾ। ਪਹਿਲੇ ਦਿਨ ਆਇਆ, ਦਰਸ਼ਨ ਕੀਤੇ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਆਦੇ ਪ੍ਰਸੰਨ ਹੋਏ, ਵਾਪਸ ਚਲੇ ਗਏ। ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਪੁੱਛਦੇ ਨੇ, ਭਾਈ ਬਾਲਾ ਜੀ ਪੁੱਛਦੇ ਨੇ, ਸੱਚੇ ਪਾਤਸ਼ਾਹ ਇਹ ਬੱਚਾ ਆਇਆ, ਆਪ ਜੀ ਨੇ ਇੰਨਾ ਪਿਆਰ ਕੀਤਾ, ਇਹ ਵਾਪਸ ਚਲਾ ਗਿਆ। ਮਹਾਰਾਜ ਕਹਿੰਦੇ ਨੇ ਚਿਨਗ ਲੱਗ ਗਈ ਹੈ, ਇਹ ਚੈਨ ਨਾਲ ਨਹੀਂ ਬੈਠੇਗਾ, ਕੱਲ ਨੂੰ ਸਵਖਤੇ ਹੀ ਆ ਜਾਏਗਾ। ਇਤਿਹਾਸ ਕਹਿੰਦਾ ਭਾਈ ਬੂੜਾ ਜੀ ਦੂਜੇ ਦਿਨ ਕੋਈ ਦੁੱਧ ਕਹਿੰਦੇ ਆ, ਕੋਈ ਦਹੀਂ ਕਹਿੰਦੇ ਆ, ਅਸਲ 'ਚ ਉਹ ਦੁੱਧ ਲੈ ਕੇ ਆਏ। ਸਤਿਗੁਰਾਂ ਜੀ ਦੀ ਉਹਨਾਂ ਸੇਵਾ ਕੀਤੀ। ਉਹਦੇ ਵਿੱਚ ਇੱਕ ਮੈਂ ਬੇਨਤੀ ਕਰਾਂ ਕਿ ਜਿਹਨੂੰ ਕਦੀ ਮੌਕਾ ਮਿਲੇ, ਇੱਕ ਤਾਂ ਭਾਈ ਗੁਰਦਾਸ ਸਾਹਿਬ ਨੇ ਜਿੰਨੇ ਸਿੱਖਾਂ ਦੇ ਨਾਂ ਦਿੱਤੇ ਨੇ ਉਹਨਾਂ ਨਾਵਾਂ ਦੀ ਵਿਆਖਿਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਕੀਤੀ ਹੈ। ਮੇਰੀ ਬੇਨਤੀ, ਉਸ ਦਾ ਨਾਮ ਹੈ ਕਿਤਾਬ ਦਾ ਸਿੱਖਾਂ ਦੀ ਭਗਤਮਾਲ। ਇਹ ਆਪ ਜੀ ਪਟਿਆਲਾ ਯੂਨੀਵਰਸਿਟੀ ਨੇ ਵੀ ਛਾਪੀ ਹੈ। ਭਾਈ ਵੀਰ ਸਿੰਘ ਸਾਹਿਤ ਸਦਨ ਵਿੱਚ ਵੀ ਹੈ ਕਿ ਸਿੱਖਾਂ ਦੀ ਜਿਹੜੀ ਭਗਤਮਾਲ ਹੈ ਉਸ ਵਿੱਚ ਇਹਦਾ ਜ਼ਿਕਰ ਕੀਤਾ ਗਿਆ। ਉਸ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਮ ਜੋੜਿਆ ਜਾਂਦਾ। ਸਿੱਖਾਂ ਦੀ ਭਗਤਮਾਲ ਭਾਈ ਮਨੀ ਸਿੰਘ ਜੀ ਨੇ ਲਿਖੀ। ਕਹਿੰਦੇ ਨੇ ਉਸ ਦਿਨ ਜਦੋਂ ਇਹ ਬੱਚਾ ਆਇਆ, ਸਨ 1518 ਦੀ ਘਟਨਾ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਉਸ ਵਕਤ 12 ਸਾਲ ਦੀ ਹੋ ਚੁੱਕੀ ਹੈ। 1518
1506 ਨੂੰ ਮੈਂ ਕਿਹਾ ਜਨਮ ਹੋਇਆ। 12 ਸਾਲ ਦੇ ਤਕਰੀਬਨ ਉਹਨਾਂ ਦੀ ਉਮਰ ਹੈ। ਉੱਥੇ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਨ ਕਰਦੇ ਨੇ, ਮਹਾਰਾਜ ਜੀ ਇੱਕ ਕਿਰਪਾ ਕਰੋ ਕਿ ਜਨਮ ਮਰਨ ਕਿਵੇਂ ਕੱਟਿਆ ਜਾਏ, ਮੌਤ ਦਾ ਭੈ ਕਿਵੇਂ ਖਤਮ ਹੋਵੇ, ਸੱਚੇ ਪਾਤਸ਼ਾਹ ਇਸ ਮੌਤ ਦੇ ਭੈ ਤੋਂ ਕਿਵੇਂ ਅਸੀਂ ਬਚ ਸਕੀਏ। ਉਸ ਵਕਤ ਇਤਿਹਾਸ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਇਹ ਕਿਹਾ, ਬੇਟਾ ਅਜੇ ਉਮਰ ਤੇਰੀ ਛੋਟੀ ਹੈ ਤੇ ਤੁਸੀਂ ਇਹ ਮੌਤ ਬਾਰੇ, ਜਨਮ ਮਰਨ ਬਾਰੇ, ਦੁੱਖ ਕਿਵੇਂ ਕੱਟਿਆ ਜਾਏ, ਇਹਦੇ ਬਾਰੇ ਕਿਉਂ ਪੁੱਛ ਰਹੇ ਹੋ। ਮੈਂ ਆਪ ਜੀ ਨੂੰ ਸਿਰਫ ਇਹ ਸਿੱਖ ਦੇ ਪਿਛੋਕੜ ਬਾਰੇ, ਹਾਲਾਂਕਿ ਸੂਝਵਾਨ ਜਿਹੜੇ ਪੜ੍ਹਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ। ਉਸ ਵਕਤ ਬਾਬਾ ਬੁੱਢਾ ਸਾਹਿਬ ਨੇ ਜਿਹੜੇ ਬਚਨ ਕਹੇ, ਭਾਈ ਮਨੀ ਸਿੰਘ ਉਹਨੇ ਲਿਖਦੇ ਆ, ਇਹਨਾਂ ਨੇ ਕਿਹਾ ਮਹਾਰਾਜ ਜੀ ਮੇਰੇ ਪਿਤਾ ਜੀ ਕਿਰਸਾਨੀ ਕਰਦੇ ਨੇ, ਜ਼ਿਮੀਂਦਾਰਾ ਕਰਦੇ ਨੇ। ਇੱਕ ਦਿਨ ਕੀ ਹੋਇਆ, ਹਾਕਮਾਂ ਦੇ ਘੋੜੇ ਆਏ, ਹਾਕਮ ਆਪ ਆਏ, ਉੱਥੇ ਮੁਗਲ ਸ਼ਬਦ ਵਰਤਿਆ, ਤੁਰਕ ਵਰਤਿਆ ਹੈ, ਮੈਂ ਲਫ਼ਜ਼ ਵਰਤਾਂਗਾ। ਹਾਕਮ ਆਏ, ਉਹਨਾਂ ਨੇ ਜਿਹੜੀ ਫਾਦੀ ਫਸਲ ਸੀ, ਕੁਝ ਤਾਂ ਫਸਲ ਸੀ ਕੱਚੀ, ਕੁਝ ਸੀ ਫਸਲ ਡੱਡਰੀ, ਅੱਧੀ ਕੱਚੀ ਅੱਧੀ ਪੱਕੀ, ਕੁਝ ਪੱਕੀ ਹੋਈ ਸੀ। ਕਹਿਣ ਲੱਗੇ ਪੱਕੀ ਫਸਲ ਵੱਢ ਕੇ ਲੈ ਗਏ, ਡੱਡਰੀ ਨੂੰ ਉਜਾੜ ਗਏ, ਜਿਹੜੀ ਕੱਚੀ ਸੀ ਉਹਨੂੰ ਘੋੜਿਆਂ ਦੀਆਂ ਟਾਪਾਂ ਨੇ, ਉਹਨਾਂ ਦੇ ਖੁਰਾਂ ਨੇ ਬਿਲਕੁਲ ਲਤਾੜ ਦਿੱਤਾ। ਬਸ ਬਾਬਾ ਜੀ ਉਸ ਦਿਨ ਦੇ ਮਨ ਵਿੱਚ ਆ ਗਿਆ ਕਿ ਮਨਾ ਤਾਕਤ ਵਾਲਿਆਂ ਦੀ ਬਾਂਹ ਕੋਈ ਨਹੀਂ ਪਕੜ ਸਕਦਾ। ਇੱਕ ਫਸਲ ਅਜੇ ਕੱਚੀ ਹੈ, ਦੂਸਰੀ ਡੱਡਰੀ ਹੈ, ਥੋੜਾ ਪੱਖਾ ਚਲਾ ਦੇ ਵਿੱਚ, ਇੱਕ ਕੱਚੀ ਹੈ, ਇੱਕ ਡੱਡਰੀ ਹੈ, ਤੀਸਰੀ ਪੱਕ ਚੁੱਕੀ ਹੈ। ਕਹਿਣ ਲੱਗੇ ਇਨਸਾਨ ਵੀ ਤਾਂ ਇਹੀ ਹੈ ਨਾ, ਅਜੇ ਕੋਈ ਦੁੱਧ ਚੁੰਗਦਾ ਬੱਚਾ ਹੈ, ਦੂਸਰਾ ਭਰ ਜਵਾਨੀ ਵਿੱਚ ਹੈ, ਤੀਸਰਾ ਪੱਕੀ ਕੋਈ ਫਸਲ ਬੁਢੇਪਾ ਆ ਚੁੱਕਾ ਹੈ। ਜਿਵੇਂ ਤਾਕਤ ਵਾਲਿਆਂ ਦੇ ਘੋੜੇ ਨੇ ਕੱਚੀ ਡੱਡਰੀ ਪੱਕੀ ਸਾਰੀਆਂ ਫਸਲਾਂ ਉਜਾੜ ਦਿੱਤੀਆਂ, ਮੌਤ ਦੀ ਇੰਨੀ ਤਾਕਤ ਹੈ, ਉਹ ਬਚਪਨ ਵਿੱਚ ਲੈ ਜਾਏ, ਉਹ ਜਵਾਨੀ ਵਿੱਚ ਲੈ ਜਾਏ, ਪਰ ਬੁਢਾਪੇ ਵਿੱਚ ਤਾਂ ਬਾਬਾ ਜੀ ਉਹਨੇ ਜ਼ਰੂਰ ਲੈ ਜਾਣਾ। ਸੰਤ ਜੀ ਮਹਾਰਾਜ ਜੀ ਦੀ ਬਾਣੀ 'ਚ ਇੱਕ ਬਚਨ ਹੈ, ਹਰੀ ਨਾਹੇ ਨਾ ਡੱਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੋਤਿਆ ਲਾਵੇ ਕਰ ਤਿਆਰ। ਪਰ ਮੈਂ ਬੇਨਤੀ ਕਰਾਂ, ਜਦੋਂ ਇਹ ਸ਼ਬਦ ਕਿਹਾ ਕਿ ਮਹਾਰਾਜ ਜੀ ਕਿ ਫਸਲ ਕੱਚੀ ਪੱਕੀ ਡੱਡਰੀ ਕਦੀ ਵੀ ਮਾਲਕ ਦੀ ਮਰਜ਼ੀ ਵੱਢ ਲਵੇ, ਤਾਕਤ ਵਾਲਾ ਵੱਢ ਲਵੇ, ਇਸ ਕਰਕੇ ਕਿੰਨੇ ਜਵਾਨੀ ਤੇ ਬੁਢੇਪਾ ਵੇਖਿਆ। ਗੁਰਮੁਖੋ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਆਪਣੇ ਮੁਖ ਤੋਂ ਬੋਲ ਕਿਹਾ, ਇਤਿਹਾਸਕਾਰ ਕਹਿੰਦੇ ਨੇ, ਭਾਵੇਂ ਕਿ ਸਾਖੀਕਾਰਾਂ ਨੇ ਇਹ ਵੀ ਕਿਹਾ ਵੀ ਦਾੜਾ ਚਿੱਟਾ ਹੋ ਗਿਆ। ਮੇਰੀ ਇੱਕ ਬੇਨਤੀ ਹੈ, ਇਸ ਬੁੱਢੇ ਸ਼ਬਦ ਦੇ ਅਰਥ ਬੜੇ ਡੂੰਘੇ ਨੇ। ਬੁੱਢੇ ਦਾ ਅਰਥ ਇਹਦੇ ਸਰੀਰ ਦਾ ਖੀਣ ਹੋਣਾ ਨਹੀਂ ਕਰਨਾ ਕਿ ਸਰੀਰ ਦੀ ਕਮਜ਼ੋਰੀ ਆ ਗਈ ਤੇ ਬੁੱਢਾ। ਇੱਥੇ ਬੇਨਤੀ ਹੈ, ਮਹਾਰਾਜ ਜੀ ਨੇ ਕਿਹਾ ਬੇਟਾ ਬੱਚਿਆ ਨਾਮ ਤੇਰਾ, ਕਹਿੰਦਾ ਬਾਬਾ ਜੀ ਦੱਸਿਆ ਬੂੜਾ, ਕਹਿੰਦੇ ਨੇ ਨਾਮ ਤੇਰਾ ਬੂੜਾ ਹੈ, ਉਮਰ ਤੇਰੀ ਬੱਚਿਆਂ ਵਾਲੀ ਹੈ, ਪਰ ਗੱਲਾਂ ਤੇ ਸਵਾਲ ਤੇਰੇ ਬੁੱਢਿਆਂ ਵਾਲੇ ਨੇ। ਹੁਣ ਇੱਥੇ ਇੱਕ ਸਵਾਲ ਉੱਠਦਾ, ਬੁੱਢਾ ਕਿਉਂ ਕਹਿ ਦਿੱਤਾ? ਗੁਰਬਾਣੀ ਵਿੱਚ ਦੋਨੋਂ ਪੱਖ ਨੇ, ਇੱਕ ਬੁਢੇਪਾ ਦੁਖਦਾਈ ਹੈ, ਇੱਕ ਬੁਢੇਪਾ ਸੁਖਦਾਈ ਵੀ ਹੈ। ਇੱਕ ਪਾਸੇ ਮਹਾਰਾਜ ਕਹਿੰਦੇ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਦੁਖਦਾਈ ਬੁਢੇਪਾ ਹੈ, ਨੈਨੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇ। ਮੇਰੀ ਅਰਜ਼ ਹੈ ਕਿ ਬੁੱਢੇ ਦਾ ਅਰਥ ਇਹ ਨਹੀਂ ਕਰਾਂਗੇ ਜੋ ਬਾਬਾ ਫਰੀਦ ਸਾਹਿਬ ਕਰ ਰਹੇ। ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਪੀਤਨ ਹੋਸੀ ਖੇ। ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਏ, ਇਹ ਵੀ ਬੁਢੇਪਾ ਹੈ। ਅੱਖੀ ਦੇਖ ਪਤੀਣੀਆਂ, ਬੁਢੇਪਾ ਆ ਗਿਆ, ਅੱਖਾਂ ਵੇਖ ਵੇਖ ਕੇ ਜੋਤ ਪਤਲੀ ਪੈ ਗਈ, ਕਮਜ਼ੋਰ ਪੈ ਗਈ। ਸੁਣ ਸੁਣ ਰੀਣੇ ਕੰਨ, ਕੰਨਾਂ ਵਿੱਚ ਆਵਾਜ਼ ਨਹੀਂ ਸੁਣਾਈ ਦਿੰਦੀ, ਹੁਣ ਕੰਨ ਭੋਲੇ ਹੋ ਗਏ। ਸ਼ਾਖ ਪਕੰਦੀ ਆਈ ਆ, ਇਹ ਬੁਢੇਪਾ ਹੈ। ਮੈਂ ਫਿਰ ਲਫ਼ਜ਼ ਵਰਤਾਂਗਾ, ਅੱਖੀ ਦੇਖ ਪਤੀਣੀਆਂ, ਬੁਢੇਪੇ ਨੇ ਅੱਖਾਂ ਕਮਜ਼ੋਰ ਕਰ ਦਿੱਤੀਆਂ। ਸੁਣ ਸੁਣ ਰੀਣੇ ਕੰਨ, ਕੰਨ ਸੁਣ ਸੁਣ ਕੇ ਸ਼ਕਤੀ ਘਟ ਗਈ ਸੁਣਦੀ। ਸ਼ਾਖ ਪਕੰਦੀ ਆਈ ਆ, ਜਿਵੇਂ ਰੁੱਖ ਪੱਤ ਝੜ ਆਉਂਦੀ ਏ ਤੇ ਉਹਦੇ ਖਰੇ ਪੱਤੇ ਪੀਲੇ ਪੈ ਜਾਂਦੇ ਆ, ਇਹਦਾ ਮਤਲਬ ਇਹ ਟੁੱਟਣ ਵਾਲੇ ਨੇ। ਮਹਾਰਾਜ ਕਹਿੰਦੇ ਜਦੋਂ ਬੰਦੇ ਦੇ ਕੇਸ ਚਿੱਟੇ ਹੋ ਜਾਣ, ਇਹ ਗੱਲ ਚੇਤੇ ਰੱਖੇ ਕਿ ਹੁਣ ਫਲ ਪੱਕ ਰਿਹਾ, ਟਾਹਣੀ ਪੱਕ ਚੁੱਕੀ ਏ, ਇਸ ਪੱਤੇ ਨੇ ਅੱਜ ਜਾਂ ਕੱਲ ਜ਼ਰੂਰ ਟੁੱਟ ਜਾਣਾ।
एक बुढ़ेपा यह है, शाख फकंदी आईया होर करेंदी वन। पर एक बुढ़ेपा होर भी है। बाबा फरीद साहब ने कहा, काली जिनी ना रावे ओ धौली रावे कोई, कर साई सो पिरहड़ी रंग नवेला होए। कहते जिस बंदे ने जवानी च परमात्मा का नाम नहीं जपिया, वो बुढ़ेपे च की जपेगा। काली जा अर्थ जिहदे केस काले ने, काली जिनी ना रावे ओ धौली रावे कोई, कर साई सो पिरहड़ी रंग नवेला होए। अगे गुरु अमरदास ने इस निराशता शब्द में वरते, ये सच्चाई है कि जिहड़ा बंदा जवानी इतनी दिन सांभदा, बुढ़ेपे च किते सामने संस्कार बिरती बदलनी कोई छोटी जी गल है। इन्नी बिरती मलीन बदलनी बड़ी मुश्किल हुंदी है। पर उत्थे गुरु घर विच एक करामात है, वो करामात है काली धौली साहिब सदा है। तां क्योंकि बाबा अमरदास 60 साल की उम्र चाहे आ, 60 के बुढ़ेपा आवे, पर वो बुढ़ेपे विच कह रहा कि जवानी सांभो। पर यदा मतलब ये नहीं, जे जवानी चली गई तो बुढ़ेपे विच कुछ नहीं हो सकना, क्योंकि गुरु ग्रंथ साहिब कहने रैन गई मत दिन पी जाए। रैन लफ्ज वरते दा अर्थ रात, रात हुंदी है काली ते दिन हुंदा चिट्टा। कहन लगे जवानी दे जदों काले केस सन वो दिन चले गए, हुण दिन चढ़ आया है, रात काली चली गई है, काले केस चले गए, चिट्टे केस हो गए, धुप आ गई है। जे रात चली गई तो दिन ना जान दे, भवर गए बग बैठे आए, काले भौरे तुर गए ने, चिट्टे बगले। इत्थे बगले दा अर्थ कपट नहीं, इत्थे बगला सिर्फ चिट्टा चिन्ह है, क्योंकि केस चिट्टे हो गए। रहन गई मत दिन पी जाए, भवर गए बग बैठे आए। मैं फिर बेनती करांगा कि गुरु अमरदास जी ने क्या काली धौली साहिब सदा है, जे को चित करे अपना लाया पिरम न लगी, जे लोचै सब कोए ये पिरम प्याला खसम का जै भावै तैं दे। मेरी सिर्फ एक बेनती है, शब्द वरतिया भाई बूढ़े नूं, ये लफ्ज कह दिता असल च बुढ़ा है तू। मैं इत्थे एक बेनती तुहानूं करनी, क्योंकि इतिहास खंडन करना, मैं पिछले उस दिन शायद कथा कर रहे टरंगे, मैं क्या कथा तो 1 मिनट च मुक सकती है। हुण जे डिटेल च जाओ सैमीनार च बोलना तो कथा भगती है, कथा गप्पा नहीं। कथा अंदरों सिमरन चलाती है, जे भै च रहीए तां कथा सुन के मन चेंज हो जाते हैं। हुण पढ़िया लिखिया सज्जन कहे जे गल्लां विस्तार ना कर, गल तां मैं भाई साहब इन्ने चिर च ही मुक सकती है कि माता गुरु अर्जन देव घर संतान नहीं सी, उन्होंने पिरथी दी वाइफ ने, उहदी घरवाली ने मेहने मारे, गुरु अर्जन देव नूं बेनती की, उन्होंने बाबा बुढ़ा साहब कोल भेजिया। बाबा बुढ़ा साहब ने अरदास की, गुरु हरगोबिंद साहब का आगमन होया, ग्वालियर गया काल। 5 मिनट च कथा मुक सकती, समाप्त हो सकती है ना। पर मेरी फिर भी बेनती है, कथा असल च शब्द ते इतिहास दी इस तरह जिवें टिकिया होया बदल झड़ी ला के मीह पांदा है, ऐसता ऐसता। क्योंकि अज कथा का स्वरूप खिमा कर दिया जे बदल चुका है। असी मैं भी हुण जिहड़ा बोल रहा, मैं काली च बोल रहा, ये मेरी कथा मेरी कमजोरी है, क्योंकि मेरी शुरुआत इस तरह हुई, ये वखियान दे नेड़े जाती पई है कथा। मैनूं पता अपनी कमजोरी का, लैक्चर बनती पई है, कथा बहुत ठरमे नाल टिकिया होया हिरदा ते टिक जाते नहीं सुन के। मैं इस करके मैं अपनी बेनती करांगा, ये अपने संबंधी भी सी। उस वक्त बुढ़े दे अर्थ की ने, एक तो बुढ़े दा अर्थ कमजोरी, असल च इत्थे बुढ़े दे अर्थ साइकी नाल संबंधित ने, शरीर नाल संबंधित नहीं। बुढ़े दे अर्थ सोच नाल संबंधित ने, 12 साल दे बच्चे नाल नहीं। किवें आपां जिन्ने बैठे हैं, जिस वक्त मां दी कुख च बच्चा हुंदा है ना, हाले उन्हें चेहरा नहीं देखिया, वो आउण वाले भविख दी चिंतन करदी। कुख च बच्चा है, पर वो ये सोचती, गुरबाणी ये शब्द कहती, वो भविख बारे सोच रही है कि परमात्मा मेरे घर पुत्तर होवे ते वड्डा होवेगा, खट कमा के लियाएगा, मेरी संभाल करेगा। महाराज का एक वचन है, ज्यों जननी गर्भ पालती सुत की करासा। इस नुकते नूं फिर सुनियो, गर्भ पालती है सुत पालती नहीं। इसका मतलब है जे बच्चा नहीं होया, वो अपने गर्भ नूं, अपने उदर च टिके कोई बच्चे नूं संभाल रही है, इस आस विच बैठी मेरे घर च पुत्र जन्म लएगा। जो जननी गर्भ पालती सुत की कर आसा, वड्डा होए धन खाट दे कर भोग बिलासा। वड्डा होएगा मैनूं दौलत खट के देगा। ध्यान नाल दिया सुनियो,
आ निक्का बच्चा जो जन्म लैंदा है ਉਹਦੇ संबंधी सारे भविख की गल नहीं करते, ਉਹਦੀ पिछली गल नहीं करते। मेरा पुत्र इस तरह जम्मिया से, इस तरह पंगूड़े च पिया न्याणा, माता भविख बारे कहती मेरा पुत्र राजा, मेरा पुत्र डॉक्टर, मेरा सारे कहते हैं। जदों बच्चा पढ़ने पाता सी पुछने तू जिंदगी च की बनना चाहना है, ਉਹਦੇ बैक बारे पुछने, ये नहीं पुछते। बच्चा कहता मैं पढ़ के आ बनांगा। बचपन विच बंदा चलदा जवानी वाल, भविख वाल। जवानी च पहुंचिया कहता है कि 4 दिन रज के मेहनत कर ले, बुढ़ेपा सौखा निकलेगा। मेरा ख्याल 99% बंदे बुढ़ेपे विच जाके मौत की गल नहीं करते, बीती हुई जवानी दी गल्लां करते आ। इसलिए है ना जी, चेते आउंदा चीज़ां। हालांकि मन जिहड़ा है वो स्वीकार नहीं करता मेरे ते बुढ़ेपा आ गया, तन जिहड़ा वो साथ छड्डण लग पैंदा। क्यों बुढ़ा कह दिता? क्योंकि बचपन च बंदा भविख जवानी की गल करता है, जवानी विच बुढ़ेपे की गल करता है, ते बुढ़ेपे विच पहुंचे हुए सुगड़ बंदे इक्को गल कहंदे ने, कंधी उत्ते रुखड़ा है, पता नहीं किदन आवाज़ आ जानी है, फसल पक गई है। जेड़े बंदे बुढ़ेपे च गए मौत नूं चेते करन, सही अर्थां विच ओही बुढ़े बनदे आ। जेड़ी गल बुढ़ियां होया समझ पैनी है कि मौत आउण वाली है, 12 साल दे बच्चे नूं पता लग गया कि मौत आउण वाली है। सतगुरां ने एवें नहीं शब्द क्या बुढ़ा बन गया। बुढ़ा एक गुण है। उंज मैं फिर बेनती करा, भाई नंद लाल साहब ने बुढ़ेपे दे अर्थ कीते। जिंदगी नामे च घर बजुर्गी बाए दत्त कुन बंदगी, वरना आखर मेकशी शर्मंदगी। कहने जे तू बुढ़ा बनना चाहना है, जे तू बजुर्ग बनना चाहना है, ते करते पुरख वाहगुरू दी इबादत कर, बंदगी कर। क्योंकि चिट्टे केसां नाल बजुर्ग नहीं होईदा, बंदगी करके बजुर्ग होईदा है। याद रखो, ये बाबा बुढ़ा उस दिन ही बुजुर्ग हो गया है। गुरु नानक साहब महाराज जी ने घुट के सीने न लाया। मैं थोड़ी जी बेनती आपनूं करनी है, क्योंकि मैंने इस बारी तुसीं विशा दिता है इतिहास का। मैं फिर भी यतन करना, बाणी चों बेनतियां करांगा। बाबा बुढ़ा साहब जी, उन्होंने 12 साल की उम्र चिटक लगी। उन्होंने अगला महाराज जी ने कहा कि नाम दान इशनान दृढ़ करो, नाम जपिया करो। बाबा बुढ़ा साहब कहते हैं महाराज जी केड़ी बाणी च नाम जपीए? इसनूं थोड़ा ध्यान नाल सुनियो। बाणी बड़ी डाढ़ी सुनी दी है। एक बाणी तो आए जिन्हों आप धुर की बाणी कहने, गुरु की बाणी कहने। एक बंदे का जिहड़ा सिस्टम है ना जी, भावें चलो इन्हूं जोग मत नाल जोड़ लो, पर अर्थ तां करनी पैणे ने। इहदे विच बंदे दे शरीर दे विच 4 बाणियां दा निवास है। मैं फिर बेनती करांगा, धुर की बाणी नाल जोड़ के नहीं, पर संबंध जरूर है। एक बाणी आप पढ़ने हैं, ये 4 बाणियां 4 खाणियां। उंज गुरु जी ने कहा कि केतियां खाणी केतियां बाणी, उत्थे क्या कहा 4 तो अगे ने, पर 4 केड़ियां ने? सब तो पहली जिहड़ी बाणी है, जे मूँह तो शुरू करांगा तां भी अर्थ होणगे, जे नाभि तो शुरू करांगा तां भी होणगे। सब तो पहली बाणी किहा जांदा परा, जिथों थॉट जन्म लैंदा है, जिथों बंदा बोलन का काम शुरू करता, साह जिथों हवा चलती है, जिहड़ी परा बाणी है उहदा निवास नाभि विच है। उस तो बाद दूसरी बाणी नूं कहा जाता है पसंती, क्योंकि बाणी 4 खाणियां 4 बाणियां का जिक्र है। चौपई च अंडज जेरज सेतज उत्पज, ये महाराज ने भी जिक्र किया। हुण ओही जिहड़ी हवा है नाभि तो चल के जदों कहंदे हिरदे तक आउंदी है, इहनूं पसंती कहा जाता है। पंजाबी च पसंती कहने, हिंदी च पछंती शब्द वरतदे। यही पसंती बाणी जिहड़ी है साडे गले विच पहुंचदी है, पर मूँह चों आवाज़ नहीं निकलती। मध्यमा इहनूं कहंदे आ कि विचकार है। ते उस तो बाद जिहड़ा थॉट जिहड़ी हवा पैदा हुई लफ्ज बोलण वास्ते, जदों मूँह विच अखरां दा रूप धारण करदी, हो पंजाबी होवे, अंग्रेजी होवे, परशियन होवे, उहनूं कहंदे आ बैखरी बाणी है। 4 बाणियां हो गईयां। बाबा जी नूं कहा, बाबा जी सतगुरु कहंदे आ तू बंदगी कर, सिमरन कर। वो पुछदे ने महाराज जी बाणी बहुत डाढ़ी सुनी दी है। धन गुरु नानक साहब महाराज कहंदे ने तू परा बाणी विच बैठ के परा बाणी च नाम जप, तेरा जन्म मरण कटिया जाएगा, तू चिरंकाल जीवेगा। मैं आपनूं बेनती करा, धन बाबा बुढ़ा साहब जी
1518 ਤੋਂ ਲੈ ਕੇ 1631 ਤੱਕ ਗੁਰੂ ਨਾਨਕ ਸਾਹਿਬ ਦੇ ਘਰ ਦੀ ਉਹਨਾਂ ਨੇ ਸੇਵਾ ਕੀਤੀ ਹੈ। ਯਾਦ ਧਿਆਨ ਰੱਖ ਕੇ ਤੁਰਿਓ, ਤਕਰੀਬਨ ਇੰਨੇ ਬਣਦੇ ਨੇ। 1518 ਤੋਂ ਲੈ ਕੇ 1631 ਤੱਕ, ਮੈਂ ਫਿਰ ਸ਼ਬਦ ਵਰਤਾਂ, 125 ਸਾਲ ਉਹ ਮਹਾਂਪੁਰਖ ਕਹੋ, ਗੁਰਮੁਖ ਕਹੋ, ਮਹਾਨ ਬਾਬਾ ਇਸ ਮ੍ਰਿਤ ਮੰਡਲ 'ਚ ਜੀ ਕੇ ਗਏ ਨੇ। 125 ਸਾਲਾਂ ਵਿੱਚੋਂ ਉਹਨਾਂ ਨੇ ਤਕਰੀਬਨ 113 ਸਾਲ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕੀਤੀ ਹੈ। ਤੇ ਮੈਂ ਉੱਠ ਕੇ ਕਹਿ ਦਿਆਂ, ਬਾਬਾ ਬੁੱਢਾ ਸਾਹਿਬ ਵਾਲੀ ਗੱਲ ਕਿਹੜੀ ਜੀ? ਥੋੜੀ ਜਿਹੀ ਮੈਂ ਆਪ ਨੂੰ ਅਰਜ਼ ਕਰਨੀ ਚਾਹੁੰਦਾ, ਥੋੜਾ ਪਿਛੋਕੜ ਹੋਰ। ਕਰਤਾਰਪੁਰ, ਅੱਜ ਤੁਸੀਂ ਇੱਥੇ ਬੱਚਿਆਂ ਨੂੰ ਜਿਹੜੀ ਗੁਰਮੁਖੀ ਪੜ੍ਹਾਉਂਦੇ ਹੋ ਨਾ, ਅੱਜ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ, ਇਹਦਾ ਜਿਹੜਾ ਸੁਧਰਿਆ ਰੂਪ ਹੈ ਉਹ ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ, ਤਰਤੀਬ ਇਹ ਦਿੱਤੀ। ਉਸ ਵਕਤ ਗੁਰਮੁਖੀ ਅੱਖਰ ਸਨ, ਜਿਹੜੀ ਪੱਟੀ ਪੜ੍ਹਨੇ, ਸੱਚ ਸਾਹਿਬ ਸੋਏ ਸ੍ਰਿਸ਼ਟੀ ਨੇ ਸਾਜੀ ਸਭਨਾ ਸਾਹਿਬ ਏਕ ਭਇਆ। ਪਰ ਇਸ ਗੁਰਮੁਖੀ ਲਿਪੀ ਨੂੰ ਸੁਧਾਰਨ ਦੇ ਵਿੱਚ ਬਾਬਾ ਬੁੱਢਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ। ਬਾਬਾ ਸ਼੍ਰੀ ਚੰਦ ਜੀ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਆਪ ਨੂੰ ਬੇਨਤੀ ਸਿਰਫ ਕਰ ਲੱਗਾ, ਬਾਬਾ ਜੀ ਨੇ ਕਰਤਾਰਪੁਰ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਦੇ ਕੋਲ। ਉਸ ਵਕਤ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਅੰਤਲੇ ਸਮੇਂ, ਮੈਂ ਕੱਲ ਵੀ ਸ਼ਾਇਦ ਇੱਥੇ ਕੀਤੀ, ਉੱਥੇ ਅਰਜ਼ ਇੱਥੇ ਕੀਤੀ ਸੀ, ਆਪਣਾ ਰੂਪ ਦਿੱਤਾ ਭਾਈ ਲਹਿਣਾ ਸਾਹਿਬ ਜੀ ਨੂੰ। ਸਾਰੇ ਪਿੱਛੇ ਆਏ, ਸਿਰਫ ਇੱਕ ਬਾਬਾ ਲਹਿਣਾ ਜੀ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਰਹਿ ਗਏ। ਗੁਰੂ ਅੰਗਦ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ, ਬਾਕੀ ਸਭ ਚਲੇ ਗਏ। ਇਤਿਹਾਸ ਕਹਿੰਦਾ ਬਾਬਾ ਬੁੱਢਾ ਸਾਹਿਬ ਨੂੰ ਸੋਟਾ ਵੀ ਮਾਰਿਆ, ਰੁੱਖ ਦੇ ਖੋਲੇ ਹੋਏ। ਜਦੋਂ ਸ਼ਬਦ ਕਿਹਾ ਤੂੰ ਆਪਣੇ ਘਰ ਨੂੰ ਚਲਾ ਜਾ, ਕਹਿੰਦੇ ਉਸ ਵਕਤ ਹੱਥ ਜੋੜ ਕੇ ਕਿਹਾ, ਸਤਿਗੁਰੂ ਕਿਹੜੇ ਘਰ ਵੀ ਜਾਵਾਂ, ਕਿੱਥੇ ਜਾਵਾਂ? ਕਹਿੰਦੇ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਬਖਸ਼ਿਸ਼ ਦਿੱਤੀ ਉਹ ਇਹ ਸੀ, ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾਂ। ਇਹ ਸ਼ਬਦ ਨੇ, ਤੇਰੇ ਤੋਂ ਕਦੀ ਓਲੇ ਨਹੀਂ ਹੋਵਾਂਗਾ। ਜਿੱਥੇ ਗੁਰੂ ਜੋਤ ਹੋਵੇਗੀ ਤੈਨੂੰ ਪਤਾ ਹੋਵੇਗਾ, ਆਪ ਜੀ ਨੂੰ ਪਤਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਗੁਰਿਆਈ ਦਿੱਤੀ, ਉਦੋਂ ਧੰਨ ਬਾਬਾ ਬੁੱਢਾ ਸਾਹਿਬ ਨੇ ਮਰਿਆਦਾ ਨਿਭਾਈ, ਤਿਲਕ ਦੀ ਜਾਂ ਨਮਸਕਾਰ ਕਰਨ ਦੀ। ਇਹਨੂੰ ਇਨਕਾਰ ਨਾ ਕਰੋ, ਜੋ ਇਤਿਹਾਸ ਕਹਿੰਦਾ ਹੈ। ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਸੇਲੀ ਟੋਪੀ ਕਿਆ ਤੋਸ਼ੇ ਕਾਨੇ 'ਚ ਰੱਖ ਦਿਓ, ਗੁਰੂ ਅਰਜੁਨ ਦੇਵ ਤੇ ਨਹੀਂ ਕਿਹਾ ਨਾ, ਸੁਣਾ ਦਿੰਦੇ ਅਸੀਂ, ਪਰ ਮੰਨਣ ਨੂੰ ਤਿਆਰ ਨਹੀਂ ਅਸੀਂ। ਮਹਾਰਾਜ ਜੀ ਨੇ ਉਸ ਵਕਤ ਇਹ ਵਾਕਈ ਗੁਰਿਆਈ ਦੀ ਰਸਮ ਅਦਾ ਕੀਤੀ ਗਈ। ਗੁਰੂ ਬਾਬਾ ਬੁੱਢਾ ਸਾਹਿਬ ਕਰਤਾਰਪੁਰ ਟਿਕੇ। ਮੇਰੀ ਅਰਜ਼ ਹੈ ਕਿ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਆ ਗਏ, ਮਾਤਾ ਭਿਰਾਈ ਦੇ ਘਰ ਟਿਕੇ। ਇਤਿਹਾਸ ਕਹਿੰਦਾ ਸੰਗਤਾਂ ਬੇਬਲ ਹੋ ਗਈਆਂ ਬੈਰਾਗ ਵਿੱਚ ਕਿ ਗੁਰੂ ਨਾਨਕ ਸਾਹਿਬ ਜੋਤ ਟਿਕਾ ਕੇ ਗਏ ਗੁਰੂ ਅੰਗਦ ਸਾਹਿਬ 'ਚ, ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ। ਧੰਨ ਬਾਬਾ ਬੁੱਢਾ ਸਾਹਿਬ ਜੀ ਸੰਗਤ ਨੂੰ ਲੈ ਕੇ ਮਾਤਾ ਭਿਰਾਈ ਦੇ ਘਰ ਆ ਗਏ, ਕਿਉਂਕਿ ਬਚਨ ਮਿਲਿਆ ਸੀ ਤੇਰੇ ਤੋਂ ਓਲੇ ਕਦੀ ਨਹੀਂ ਹੋਵਾਂਗਾ। ਉੱਥੇ ਮਾਤਾ ਭਿਰਾਈ ਨੂੰ ਕਿਹਾ, ਭਿਰਾਈ ਦਾ ਪਤਾ ਹੈ ਨਾ ਜੀ, ਚੌਧਰੀ ਤਖਤ ਮਲ ਦੀ ਬੇਟੀ ਹੈ, ਨਾਗੇ ਦੀ ਸਰਾਂ ਵਿੱਚ। ਬਾਬੇ ਫੇਰੂ ਜੀ ਨੇ ਮੂੰਹ ਬੋਲੀ ਭੈਣ ਬਣੀ ਸੀ, ਗੁਰੂ ਅੰਗਦ ਸਾਹਿਬ ਨੂੰ ਭੂਆ ਕਹਿੰਦੇ ਸਨ। ਅਸਲ 'ਚ ਨਾਮ ਇਹਦਾ ਸਬਰਾਈ ਕਹਿੰਦੇ ਸਨ। ਇਹ ਕੱਲੀ ਭੈਣ ਸੀ, 7 ਭਰਾ ਸਨ, ਨਾਮ ਸੀ 7 ਭਰਾਈ, ਪਰ ਸ਼ਬਦ ਵਰਤਨ ਲੱਗ ਪਏ ਸਬਰਾਈ ਸਬਰਾਈ। ਇਹ ਅਸਲ 'ਚ ਮੂੰਹ ਬੋਲੀ ਭੂਆ ਸੀ ਗੁਰੂ ਅੰਗਦ ਸਾਹਿਬ ਦੀ। ਗੁਰੂ ਅੰਗਦ ਦੇਵ ਜੀ ਦਾ ਰਿਸ਼ਤਾ ਵੀ ਇਹਨੇ ਪਿੰਡ ਸੰਗਰ, ਉਸ ਇਲਾਕੇ ਮਾਝੇ ਵਾਲਿਆਂ ਨੂੰ ਪਤਾ ਹੋਣਾ, ਖਡੂਰ ਸਾਹਿਬ ਦੇ ਨੇੜੇ ਵੇ ਪਿੰਡ ਸੰਗਰ, ਉਹ ਮਾਤਾ ਖੀਵੀ ਜੀ ਦਾ ਪਿੰਡ ਹੈ। ਇਹ ਰਿਸ਼ਤਾ ਵੀ ਇਸ ਮਾਤਾ ਭਿਰਾਈ ਨੇ ਕਰਾਇਆ ਸੀ। ਬਾਬਾ ਜੀ ਨੇ ਕਿਹਾ, ਮਾਤਾ ਜੀ, ਬੀਬੀ ਜੀ, ਤੁਹਾਡੇ ਘਰ ਸਤਿਗੁਰੂ ਨੇ। ਉਹਨਾਂ ਕਿਹਾ ਜੀ ਨਹੀਂ, ਉਹ ਸੱਚ ਬੋਲੇ ਨਹੀਂ, ਚੁੱਪ ਕਰ ਗਏ। ਉਹਨਾਂ ਕਿਹਾ ਤੁਹਾਨੂੰ ਕਿਹਨੇ ਕਹਿ ਦਿੱਤਾ? ਕਹਿੰਦਾ ਮਾਈ ਮਾਤਾ, ਤੇਰੇ ਮੱਥੇ ਦਾ ਨੂਰ ਦੱਸਦਾ ਹੈ, ਤੇਰੇ ਮੁਖ ਦਾ ਖੇੜਾ ਦੱਸਦਾ, ਤੇਰੇ ਘਰ ਗੁਰੂ ਨਾਨਕ ਸਾਹਿਬ ਦੀ ਨਿਰੰਜਨੀ ਜੋਤ ਦਾ ਨਿਵਾਸ ਹੈ। ਉਹਨਾਂ ਕਿਹਾ ਹਾਂ, ਪਰ ਮੈਨੂੰ ਹੁਕਮ ਨਹੀਂ ਪ੍ਰਗਟ ਕਰਨ ਦਾ। ਵਾਹ ਬਾਬਾ ਬੁੱਢਾ ਸਾਹਿਬ, ਰਬਾਬੀਆਂ ਨੂੰ ਬੁਲਾਇਆ, ਕਹਿਣ ਲੱਗੇ ਸੰਗਤ ਜੀ, ਰਬਾਬੀਆਂ ਨੂੰ ਕਹਿੰਦੇ ਕੀਰਤਨ ਗਾਓ। ਮੇਰਾ ਖਿਆਲ ਭਾਈ ਸਜਾਦਾ ਬੁਲਾਇਆ ਹੋਵੇਗਾ, ਭਾਈ ਮਰਦਾਨੇ ਦਾ ਬੇਟਾ ਕੀਰਤਨ ਕਰ ਰਹੇ। ਉਸ ਤੋਂ ਬਾਅਦ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਗਾਓ। ਸੰਗਤ ਕਹਿੰਦੀ ਬਾਬਾ ਜੀ ਦਰਵਾਜ਼ਾ ਖੜਕਾ ਦਿਓ। ਕਹਿਣ ਲੱਗੇ ਮੈਂ ਹੁਕਮੀ ਬੰਦਾ ਵਾਂ, ਮੈਂ ਦਰਵਾਜ਼ਾ ਨਹੀਂ ਖੜਕਾਣਾ।
याद रखियो, हालांकि बाबा बुढ़ा साहब पहला मिलते आ गुरु नानक साहब नूं बाबा लैणा जी तो, कहते दरवाजा नहीं खड़काना। कह लगे फिर शब्द नाल की होवेगा? वाह गुरु के सिखा, उन्हें एक सिद्धांत दृढ़ करा दिता कि बाबा जी ने गुरु नानक साहब दा शब्द गाओ, मैनूं भरोसा है गुरु नानक दा शब्द सुन के गुरु अंगद साहब बाहर जरूर आउणगे। शब्द ही प्रगट करता है गुरु नूं। इस फिर नुकते नूं सुणियो, शब्द ही प्रगट करता है। रबाबियां ने कीर्तन शुरू किया। सच वे कि गुरु अंगद साहब जी ने नित कुंडी खोली। मैं तो कई बार हैरान हूं ना, जदों इतिहास नूं पढ़ने आ, गुरु जोत शरीर बदलदा है, वो बिरहा विच रहिंदे आ जी। गुरु रामदास नहीं रहे बिरहा दे विच, उन्हां दे नेत्रां च तो कदी नीर ही नहीं सुक्या। गुरु अंगद साहब बाहर आ गए, बाबा बुढ़ा जी ने अगे वध के मत्था टेकिया। मैं आप नूं तां कहण लगा, इत्थे सच है जे 2 दिन बंदा किते माला फेर लै, कमाई कर लै, वो गद्दियां दे दावे करन लग पैंदा है। बाबा बुढ़ा साहब तेनू नमस्कार, 113 सालां विच 6 पातशाहियां, 5 नूं गुरियाई दा तिलक दिता, तुसी कदी दावा नहीं कीता कि मैनू गुरगद्दी चाहिदी है। तुसी उन्हां नाल भी नहीं खलोते जिहड़े मीणे ते मसंद आकी हो गए सन। एडा वड्डा हुक्मी सिख किते मिलेगा? सतगुरु गुरु अंगद साहब बाहर आए, नेत्र भिजे सन। उस वक्त बाबा जी ने कहा, महाराज जी ये दर्शन बख्शो। साडा इतिहास कहता गुरु अंगद साहब जी ने पहला सलोक किया, तो गुरु ग्रंथ साहब विच भी पहला ही सलोक है उन्होंने। शुरू इत्थों होंदा, जिस प्यारे स्यों नेखों तिस आगै मर चलीए, त्रिग जीवन संसार ताकै पाछै जीवना। ये शब्द क्या गुरमुखो, कुरबान जावां सिख तो। तुसीं ये कहोगे दी क्यों उपमा कर लगा? मैं तुहानूं सच्ची दसां, अगे मैं बेनती करांगा, इदू वड्डा सिख सिखां च किते नहीं मिलता। वैसे सीमा नहीं हुंदी। गुरु अंगद साहब ने कहा, जिस प्यारे स्यों नेखों, जिहदे नाल मुहब्बत होवे, तिस आगै मर चलीए, त्रिग जीवन संसार ताकै पाछै जीवना। बाबा बुढ़ा साहब अगे वधे जी, मत्था टेक के कहन लगे, दास नूं उपदेश दिओ। इतिहास कहता गुरु अंगद साहब ने दूजा श्लोक किया। वो श्लोक सब ने अर्थ ही कीते ने। दीख्या आंख बुझाया, सिफती सच समयो, तिनको क्या उपदेशी है, जिन गुरु नानक देओ। वाह, कहते जिन्होंने गुरु नानक साहब ने सीने न लाया, हुण आपां कही जाने अरदास कोई नहीं की। तिनको क्या उपदेशी है, जिन गुरु नानक देओ। की तुहानूं उपदेश देना जिन्हों गुरु नानक साहब ने सुमत दिती, दीख्या दिती, नाम दिता। बाबा बुढ़ा जी ने कहा, दरबार सजाओ महाराज जी। सियात संगत बाबा बुढ़ा साहब खडूर साहब सेवा विच रहे। समा आया, मैं थोड़ा थोड़ा अगे चली जाना, आना मैं बीड़ तक ही है जिथे माता गंगा जी ने जाना, क्योंकि पिछोकड़ थोड़ा दसना जरूरी है। तो जेडे ये भुलेखे तुरे फिरदे, सिख दा रुतबा छोटा जाए कोई। देखो गुरु पदवी बहुत उच्ची है ना। मैं उस दिन कहा सी, एक महापुरुष कहते सन भी कोई घरों नौजवान चला गया, कहता मैं अध्यात्मक जीवन सीखना। वो गुरु धारन गया, जाके पुछदा है संत नूं, बाबा जी गुरु बड़ो के चेलो? पुछदा बाबा जी गुरु बड़ो के चेलो? उन्हें कहा पुत्र गुरु ही बड़ा हुंदा। फिर कहता सीधा गुरु ही बनाओ, चेला क्यों बनाते पे? याद रखे थे गुरु बड़े सारे बनने तैयार ने। गुरु रामदास सतगुरु ने ना, मैं बटरिंग कर सकना कोई ढाडी कवि। मैं सीधी गल कहना कि असी बंदे दा, समय दा, पैसे दा प्रभाव कबूल जाने आ, मनीए इस अपनी गल नूं, पर समर्थ सतगुरु किसी दा प्रभाव नहीं कबूलदा। गुरु रामदास समर्थ ने ना। सब तो पहला जिथे गुरु नानक साहब ने सिक्खी दृढ़ कराई, सिख शब्द तो बड़ा पुराना वरत्या गया। मैं उस दिन क्या टरंगे, सिख दा अर्थ स्टूडेंट नहीं हुंदा गुरमुखो, सिख दा अर्थ विद्यार्थी नहीं। शायद इत्थे भी क्या सी, सिख होवे जिहदे विच गुरु प्रगट हो जाता है। गुरमत विच सिख होए जिहदे विच गुरु प्रगट हो गया। सब तो पहला सिख दी परिभाषा गुरु रामदास ने निर्धारित की। उहदे विच बिल्कुल दुनियावी शब्द कोई नहीं, सिर्फ स्पिरिचुअल। सिख कौन, रहत मर्यादा च वखरा लिखे सिख कौन है कि नहीं जी। पर जो गुरु ग्रंथ साहिब सब तो पहला सिख की परिभाषा उही तो गुरु अमरदास ने वरत्या। आवो सिख सतगुरु के प्यारे गावो सच्ची बाणी, सो सिख सखा बंद पै भाई, जे गुर के भाने विच आवे, मेरे सिख सुनो पुत भाई। वरते शब्द सारे।
पर इत्थे महाराज जी ने कहा सिख कौन? गुर सतगुर का जो सिख अखाए, सो भलके उठ हर नाम ध्यावै, उद्यम करे भलके प्रभाती, इशनान करे अमृतसर नहावै, उपदेश गुरु हर हर जप जापै, सब किलविक पाप दोख लै जावै, फिर चढ़ै दिवस गुरबाणी गावै, बहिंदियां उठदे, मैं अर्थ नहीं कर रहा, तुहानूं पता नहीं अर्थ दे, बहिंदियां उठदियां हर नाम ध्यावै, जो सांस गरास ध्याए मेरा हर हर, सो गुरसिख गुरु मन भावै, जिसनूं दयाल होवै मेरा स्वामी, तिस गुरसिख गुरु उपदेश सुणावे। गुरमुखो, गुरु रामदास बटिंग नहीं कर रहे, वो झूठियां खुशामदा नहीं कर रहे। अगली तो की है, जन नानक धूड़ मंगै तिस गुरसिख की। बाबा बुढ़ा साहब का जीवन इन्ना भी नहीं सी। जन नानक धूड़ मंगै तिस गुरसिख की, जो आप जपै अवरै नाम जपावै। बाबा जी ने ना जी बाणी सारे नाम ले आ। ये गुरु रामदास की पौड़ी अर्थ वो भी करने की लोड़ नहीं, मैं जिथे महंगे अर्थ लगते हैं उत्थे मैं बोल देना। उंज मैं वैसे एक बेनती करांगा, ये शब्दार्थ पोथियां ने 4 श्रोमणी कमेटी दियां, वेखो इन्नियां भी ना गालां कड्डो, मेरी बेनती हो, साडी श्रोमणी जमात है, बंदे बदल दिओ, संस्थावां नहीं तोड़ी दियां हुंदियां, तोड़ दित्तियां ना। साडा इलाका हरियाणा है, हरियाणा में लाइव भावें चलदा, मैं तो क्या ਉਹ ਬੰਦੇ ਬਣੋ, ਤੁਹਾਡੇ पल्ले कुछ नहीं ज रहना, पल्ले कुछ नहीं रहा। जथेबंदी नहीं कदे तो आ गुरुद्वारा साहिब है जिन्हें ने मैनूं खुशी हुई, मैं बिल्कुल तुहाडी बटनी नहीं कर रहा। जे एक एक देश च सिख जथेबंधक हो जाण, ओ प्यारिओ, मैं तो कहना साडे नाल तां पॉलिटिशियन चंगे ने। तुसीं कहोगे क्यों? वो 5 साल ना 4.5 एक दूजे नूं दे गालां कढदे आ, ये विक गया, ये फलाना। 1 महीना चोणां तो पहलां समझौता होंदा, सब कुछ भुल जाते हैं। मैं कहना वो ब्रह्म ज्ञानी हो गए भी चंगा भुल गए सब कुछ। आपां तां गुरुद्वारे परिक्रमा करते भी घूरते रहने, फलाना बंदा अज बैठा गुरुद्वारे आके। ਉਹ नहीं गुरमुखो, गुरसिख बड़ी उच्ची पदवी है। महाराज का एक बचन है, धन धन भाग तिना भगत जाना, जो हर नामा हर मुँह कहते हैं। अर्थ सौखे ने जी। तो शब्दार्थ पोथियां मैं तां कहा भी सौखा हो जाता है जदों सहज पाठ करिए, ਉਹਦੇ एक पासे बिखम ਜਿਹੜੇ महंगे शब्द ने उन्हां दे अर्थ दिते हुए आ। मेरी फिर बेनती है, ਉਹਦੇ ਵਿੱਚ एक पाठ ਹੁੰਦਾ है, पौड़ी है, धन धन भाग तिना भगत जाना, जो हर नामा हर मुँह कहते हैं। धन धन भाग तिना संत जाना, जो हर जा सरवणी सुनते हैं। धन धन भाग तिना साध जना, हर कीर्तन गाए गुणी जन बनते हैं। धन धन भाग तिना गुरमुखां, गुर सिख लै मन जिणते हैं। सब तो वड्डे भाग गुर सिखां के, जो गुर चरनी सिख पढ़ते हैं। सब तो वड्डे भाग ने बाबा बुढ़ा साहब दे। मैं ज़्यादा डिटेल च नहीं जाना, भाई साहब किस दिन प्रकरण रख लैणगे गुरसिखां दा। धन बाबा बुढ़ा साहब, उन्होंने खडूर सेवा की। गुरु अमरदास जी ने गागल ढोई, बाबा बुढ़ा जी सेवा च रहे। गुरु अंगद साहब जी ने गुरियाई, अपने तो 25 साल वड्डे बाबा अमरदास जी नूं धन गुरु अमरदास बना दिता, जिन्हां दी उपमा हो ही नहीं सकती जी। सच उन्हां दा हिरदा बड़ा कोमल सी, डर दे साखियां लुकाई बैठे हैं। पर इतिहास जाके पढ़ो, इत्थों तक मैं ठोक वजा के कहना कि कई कहना भाणे की गल, वो बड़ा हिरदा कोमल है। जवान पुत्र की मौत हो गई, माई रोंदी आई। महाराज ने पूछा भाई बल्लू नूं, महाराज का गड़वई कह लो, सेवादार निजी हजूरिया सेवादार, की होया? कहन लगे जवान पुत्र की मौत हो गई माई की। महाराज ने कहा जिन्नी देर तक साडा शरीर है, मापियां अगे पुत ना मरसी। किसी जवान पुत्र की मौत सच्ची मुची नहीं हुई। मैं आपनूं फिर बेनती करांगा, गुरु अमरदास जी गोइंदवाल साहब आ गए, ब्यास बिल्कुल नेड़ियों लंघदा सी जी। महाराज ने बौली का टप लाया। बौली का टप किसी होर नहीं, 84 पौड़ियां ने, क्या 84 कट्टी जाती है। हाँ जी, वो गुरमुखो मेरी फिर बेनती जे, इन्हां चीज़ां नूं आपां समझिए। जपजी साहब दे 84 पाठ ने। गुरु वाला बंदा होवे ना, ते टेक के एक ही जपजी साहब का सुरत नाल पाठ हो जाए प्यारिओ, सारियां 84 कट्टी जांदियां। गुरु ने उत्थे कहा तुसीं पौड़ी ते रख के पत्थर पूजो। उत्थे महाराज ने कहा मेरी मूर्ति पूजो। वो गुरमुखो जित द्वारा उभरै तितै लिहो उभार।
मेरे को कई उदाहरणा ने जिहड़े रज के दारू पीण वाले बंदे सन, गुरमुखो पता नहीं अंदर चेटक लगी, जाके बाणी इशनान पढ़िया, नशे भी छड्ड दिते, अमृतधारी भी हो गए, उन्होंने 84 त्यापी कट्टी गई जे औगणा तो खैड़ा छुट गया था। महाराज गुरु अमरदास जी ने गोइंदवाल बौली का टप लाना है, देग तैयार हुई। उस वक्त अरदास किहड़ी हुंदी सी? जिवें गुरु अमरदास जी ने ना जी अरदासिया पहला गुरु नानक साहब का नाम लैंदा सी, फिर गुरु अंगद साहब का नाम लेना, ते जिहड़े सतगुरु मौजूद हुंदे सन ना उन्हां दा नाम लैके अरदास करनी कि महाराज गोइंदवाल बौली का टप लान लगे आ। गुरमुखो चोण किहदी कीती? धन बाबा बुढ़ा साहब जी दी। गोइंदवाल साहब बौली का टप बाबा बुढ़ा साहब जी ने लाया सी। 22 मंजियां स्थापन कीतियां। बाबा बुढ़ा साहब 22 मंजियां दे, अंग्रेजी का लफ्ज वरत लो, मुखी इंचार्ज कह लो, 22 मंजियां का सारा जिहड़ा सी वो मुखी धन बाबा बुढ़ा साहब जी सन। मेरी फिर बेनती है, इत्थे घटना वापरी, मैं थोड़ा जिहा बाबा जी वाली यादा चल पिया भी, मैनूं बख्श दिओ, मेरी भावना है मैं सिख दे सिर्फ थोड़े जे। इत्थे घटना वापरी, उदन बाबा बुढ़ा साहब उत्थे नहीं सन। घटना वापरी, गुरु अंगद साहब का बेटा बाबा दातू ने आके गुरु अमरदास जी नूं लत मारी। वैसे नाम बड़े प्यारे सन, दास ते दात है ना, विगड़ गया ना जो काम ही हो जाए कीते, दासू दातू कहन लग पे। एक किड्डा शुकराने वाला नाम है, एक दास ते एक दात। उस वक्त बाबा दातू जी ने लत मारी। तुसी इतिहास तो जाणो, गुरु अमरदास सच्ची डिगे जी, वक्खी च लत वजी, महाराज एक पासे हो गए, डिगे जदों हाथ का सहारा लैके उठ के खड़े हो गए, झुक के उहदे चरण पकड़ लै, पैर पकड़ लै जी, नाल शब्द अखां भर के कहंदे ने, गुरु पुत्र मेरा शरीर वडेरा हो चुका है, हड्डियां दी मुठ है, शब्द निमरता वाले ने, हड्डियां निकल आईयां ने, मास ढल गया है, तुहाडे कोमल चरनां दीयां तलियां नूं मेरी हड्डियां दी सट तां नहीं वजी? याद रखो, इस निमरता ने सब कुछ खिंच लिया। बाबे दातू ने कहा कि ये पखंड ना करो, साडे बाप दी थां तुसी आके बह गए, इत्थों चले जाओ। गुरु अमरदास निमरता नाल कहंदे ने, एक रात रहन दिओ, सवेर तक मैं इत्थे नहीं रहांगा। तुहानूं पता है बाबे दातू दी लत्त विचों पीड़ टिकी रही, जिहड़े इतिहास तो जाणू पता है, वो दर्द नहीं गई। जिस वक्त गुरु अर्जुन देव महाराज लैण गए पोथियां गोइंदवाल साहब, बाबे दातू ने निमरता नाल बेनती की, मैं बड़ा भुल गया सा, उस वक्त ओदी लत्त दा रोग गया सी, पर गुरु अमरदास ने ना किया। याद रखो, फिर कहांगे जी किवें दर्द? एक परमेश्वर दा निजाम है, संतन दुख पाए ते दुखी सुख पाए साधन के सुखी। बाबा बुढ़ा साहब उत्थे नहीं, रात नूं गुरु अमरदास जी ने परिवार तक नहीं दसिया, घोड़ी तैयार की, छड्ड के सब कुछ पिंड बासर के आ गए। मैं एक बेनती करांगा गुरमुखो, लख अडंबर कर लो, पैसे इकट्ठे हो सकते हैं, बंदे इकट्ठे हो सकते हैं, लाला लाला हो सकती है, जे अंदर कुछ नहीं तो सब कूड़। जे अंदर गुरु की मुहब्बत प्रेम शब्द है ना, भावें कोई धक्के मार के भी बाहर कढ़ दो, जंगल विच बह जाओ, मंगल उत्थे भी लग जाते हैं जिथे इबादत है। चले गए बासर के, उत्थे जाके ताला अंदरों कुंडी ला दी। सारे सानू पता सन साहिब गुरुद्वारा, ये तो शुक्र करो वाहिगुरू जी का पहला पहला बना गए सारे, जे किते हुण उहदा सुहागा फेर देना सारे ते, ये हो ही नहीं सकता, ये हो ही नहीं सकता। ਇਹਦਾ मतलब ਜਿਹੜਾ मेरी बुद्धि है, जिन्ना को मेरी डोलनी, डोलनी शब्द पता है ना, वो डोलनी वरदे हुंदे सां पिंडां 'ਚ, मेरी गड़वी 'ਚ जिन्ना को दुध पैंदा उन्ना को दुध संसार ते मूर्खताई होए, मेरा भांडा ही इन्ना कोई, गुरु तो बड़ा वड्डा है। गुरु साहब चले गए, अंदरों कुंडा ला दिता, बाहर लिख दिता, जेड़ा दरवाजा खोलेगा साडा सिख नहीं। बड़े सख्त शब्द लिख दिते। घोड़ी वापस आ गई जी, बाबा जी नूं छड्ड के घोड़ी गुरु अमरदास नूं वापस आ गई। इतिहास कहंदा सवेरे हजूर नहीं मिले, संगत बेबल हो गई, फिर सब दा ध्यान गुरु नानक दे घर दे कुतबी सितारे वल गया। कुतबी सितारा मैं तां वरतना शब्द प्रिंसीपल सतबीर सिंह ने वरते है, जदों जहाज डोलदा दिसे
ਸਿਤਾਰੇ ਵੱਲ ਵੇਖ ਕੇ ਕੈਪਟਨ ਜਹਾਜ਼ ਸਿਰੇ ਲਾ ਦਿੰਦਾ ਹੈ। ਜਦੋਂ ਕਿਤੇ ਡੋਲਣ ਦਾ ਸਮਾਂ ਹੁੰਦਾ ਸੀ, ਕੁਤਬੀ ਸਧਾਰਾ ਬਾਬਾ ਬੁੱਢਾ ਸਾਹਿਬ ਸਾਹਮਣੇ ਖਲੋਤਾ ਸੀ। ਸੰਗਤ ਗਈ, ਬਾਬਾ ਜੀ ਨੂੰ ਬੁਲਾਇਆ, ਉਹਨਾਂ ਨੂੰ ਦੱਸਿਆ ਆਹ ਕੁਝ ਵਾਪਰਿਆ ਹੈ। ਧੰਨ ਬਾਬਾ ਬੁੱਢਾ ਸਾਹਿਬ, ਕਿਹਾ ਤਾਂ ਕੁਛ ਨਹੀਂ। ਕਹਿੰਦੇ ਮਹਾਰਾਜ ਨੇ ਕੀ ਕਿਹਾ? ਕਹਿੰਦੇ ਸਤਿਗੁਰਾਂ ਨੇ ਸਿਰਫ ਚਰਨ ਫੜੇ, ਇਹੀ ਕਿਹਾ ਕਿ ਮੇਰੇ ਕਠੋਰ ਹੱਡਾਂ ਨਾਲ ਤੁਹਾਨੂੰ ਸੱਟ ਤਾਂ ਨਹੀਂ ਲੱਗੀ? ਬਾਬਾ ਜੀ ਸਿਰਫ ਨੇਤਰ ਭਰ ਗਏ। ਕਹਿੰਦੇ ਬਸ ਇਦੋਂ ਵੱਧ ਨਿਮਰਤਾ ਕੀ ਹੈ? ਘੋੜੀ ਅੱਗੇ ਲਾਈ। ਇਹ ਗੱਲ ਯਾਦ ਰੱਖਿਓ, ਜਿਹੜੇ ਆਪਾਂ ਪਿੰਡਾਂ 'ਚ ਰਹਿਣ ਵਾਲੇ ਹਾਂ, ਘੋੜੀ, ਕੁੱਤਾ, ਇੱਥੋਂ ਤੱਕ ਕਈ ਮੱਝਾਂ, ਜਾਨਵਰ, ਇੰਨੇ ਕੁ ਸਵਾਮੀ ਭਗਤ ਹੁੰਦੇ ਨੇ, ਜਿੱਥੇ ਸਵਾਮੀ ਹੋਵੇ ਇਹ ਜਾਨਵਰ ਉੱਥੇ ਲੈ ਜਾਂਦੇ ਨੇ। ਨਲਵੇ ਸਰਦਾਰ ਨੂੰ ਗੋਲੀ ਲੱਗੀ, ਘੋੜੇ ਨੂੰ ਪਤਾ ਵੀ ਗੋਲੀ ਵੱਜ ਗਈ। ਉਹ ਇਸ ਤਰ੍ਹਾਂ ਕਾਦਰ ਯਾਰ ਕਹਿੰਦਾ ਇਸ ਤਰ੍ਹਾਂ ਨਿਕਲਿਆ ਜਿਵੇਂ ਗੋਲੀ ਨਿਕਲਦੀ ਏ। ਉਹਨੇ ਸਰਦਾਰ ਦਾ ਸਰੀਰ ਪਠਾਣਾ ਦੇ ਹੱਥ ਨਹੀਂ ਆਉਣ ਦਿੱਤਾ, ਦੌੜ ਕੇ ਕਿਲੇ 'ਚ ਲੈ ਗਿਆ। ਇਤਿਹਾਸ ਕਹਿੰਦਾ ਵੀ ਘੋੜੀ ਅੱਗੇ ਲਾਈ, ਸੱਚਮੁੱਚ ਘੋੜੀ ਉੱਥੇ ਜਾ ਖਲੋਤੀ ਜਿੱਥੇ ਉਹਦਾ ਸਵਾਮੀ ਸੀ। ਇੱਥੋਂ ਤੱਕ ਗੁਰਮੁਖੋ, ਕਈ ਵਾਰੀ ਕਈ ਐਸੇ ਗੁਰਮੁਖ ਨੇ, ਬੰਦਗੀ ਕਰਨ ਵਾਲੇ, ਮਾਲਕ ਚਲਾ ਜਾਏ ਤੇ ਜਾਨਵਰ ਕੋਈ ਦਿਨਾਂ ਬਾਅਦ ਆਪਣੇ ਆਪ ਹੀ ਚਲਾ ਜਾਂਦਾ ਹੈ, ਉਹ ਜੀ ਨਹੀਂ ਸਕਦਾ। ਇਹ ਘੋੜੀ ਗੁਰੂ ਅਮਰਦਾਸ ਦੀ ਹੈ। ਉੱਥੇ ਜਾ ਖਲੋਤੀ, ਬਾਬਾ ਬੁੱਢਾ ਸਾਹਿਬ ਨੇ ਪਰਿਕਰਮਾ ਕੀਤੀ। ਜਦੋਂ ਵੇਖਿਆ ਦਰਵਾਜ਼ੇ ਤੇ ਲਿਖਿਆ ਹੋਇਆ ਹੈ, ਸੰਗਤਾਂ ਕਿਹਾ ਬਾਬਾ ਜੀ ਗੁਰੂ ਨਾਨਕ ਸਾਹਿਬ ਤੁਹਾਡੇ ਤੋਂ ਓਲੇ ਨਹੀਂ, ਸਾਨੂੰ ਘੋੜੀ ਦਾ ਪਤਾ ਨਹੀਂ, ਤੁਸੀਂ ਸਾਨੂੰ ਲੈ ਕੇ ਆਏ ਹੋ। ਬਾਬਾ ਜੀ ਹੱਸ ਪਏ, ਕਹਿਣ ਲੱਗੇ ਕੋਈ ਸੋਚੋ, ਕੁਝ ਕਰੋ ਉਪਾਅ। ਬਾਬਾ ਜੀ ਨੇ ਪਿੱਛੋਂ ਫਿਰ ਸੰਨ ਲਾਈ, ਪਾੜ ਕੇ ਕੰਧ, ਅੰਦਰ ਚਲੇ ਗਏ। ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਨੂੰ ਜਾ ਕੇ ਮੱਥਾ ਟੇਕਿਓ ਨੇ। ਜਦੋਂ ਚਰਨ ਸਪਰਸ਼ ਕੀਤੇ, ਗੋਡਿਆਂ ਨੂੰ ਹੱਥ ਲਾਇਆ, ਗੁਰੂ ਅਮਰਦਾਸ ਜੀ ਦੇ ਨੇਤਰ ਖੁੱਲੇ। ਕਿਉਂ ਤੁਹਾਨੂੰ ਪਤਾ ਨਹੀਂ ਬਾਹਰ ਕੀ ਲਿਖਿਆ? ਤੁਹਾਨੂੰ ਸਿੱਖੀ ਦਾ? ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਮੈਂ ਸਿੱਖ ਹਾਂ, ਤੁਹਾਡੇ ਹੁਕਮ ਅਦੂਲੀ ਨਹੀਂ ਕਰ ਸਕਦਾ। ਮਹਾਰਾਜ ਮੈਂ ਤਾਂ ਸੰਨ ਲਾ ਕੇ ਆਇਆ, ਆਪ ਜੀ ਨੇ ਇਹੀ ਕਿਹਾ ਬੂਹਾ ਨਹੀਂ ਖੋਲਣਾ, ਬੂਹਾ ਬੰਦ ਰਹਿਣ ਦਿਓ, ਅੰਦਰੋਂ ਸੰਨ ਲਾ ਕੇ ਆਇਆ। ਚੇਤੇ ਰੱਖਿਓ ਗੁਰਮੁਖੋ, ਬਾਹਰ ਦੀਆਂ ਕੁੰਡੀਆਂ ਬੰਦ ਹੋ ਜਾਣ ਅੱਖਾਂ ਦੀਆਂ, ਅੰਦਰ ਦੀ ਮਨ ਨੂੰ ਸੰਨ ਲੱਗੇ ਤੇ ਰੱਬ ਤਾਂ ਹੀ ਪ੍ਰਗਟ ਹੁੰਦਾ ਹੈ। ਜੇ ਅਰਥ ਕਰਨ ਲੱਗਾਂਗੇ ਆਪਾਂ ਬਹੁਤ ਹੋ ਸਕਦੇ ਨੇ। ਬਾਹਰ ਆ ਗਏ। ਕਹਿੰਦੇ ਜਦੋਂ ਮਹਾਰਾਜ ਗੁਰੂ ਅਮਰਦਾਸ ਬੂਹਾ ਖੋਲ ਕੇ ਬਾਹਰ ਆਏ, ਸੰਗਤ ਵਿੱਚ ਬੈਰਾਗ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ, ਹਰ ਕੋਈ ਬਿਰਹਾ ਦੇ ਵਿੱਚ ਸੀ। ਕਹਿੰਦੇ ਉਸੇ ਵਕਤ ਸੰਗਤ ਵਿੱਚੋਂ ਇੱਕ ਆਵਾਜ਼ ਆਈ, ਧੰਨ ਭਾਈ ਬੁੱਢਾ ਜਿਨਨੇ ਗੁਰੂ ਲੱਦਾ। ਫਿਰ ਆਵਾਜ਼ ਆਈ, ਧੰਨ ਭਾਈ ਬੁੱਢਾ ਜਿਨਨੇ ਗੁਰੂ ਲੱਦਾ। ਇਤਿਹਾਸ ਕਹਿੰਦਾ ਗੁਰੂ ਅਮਰਦਾਸ ਜੀ ਨੇ ਖਲੋ ਕੇ ਕਿਹਾ, ਸੰਗਤ ਜੀ, ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰਕੇ, ਇਹ ਸਿੱਖੀ ਕੋ ਬੋਹਿਤ ਭਾਰਾ। ਸ਼ਬਦ ਸੁਣਿਓ, ਇਹ ਸਿੱਖੀ ਦਾ ਜਹਾਜ਼ ਹੈ ਗੁਰਸਿੱਖ, ਭਵਜਲ ਤੇ ਕਰ ਹੈ ਨਿਸਤਾਰਾ। ਇਹ ਡੁੱਬਦਿਆਂ ਨੂੰ ਕਿਨਾਰੇ ਲਾਉਣ ਵਾਲੀ ਸ਼ਖਸੀਅਤ ਹੈ। ਇਹ ਸਿੱਖੀ ਕੋ ਬੋਹਿਤ ਭਾਰਾ, ਭਵਜਲ ਤੇ ਕਰ ਹੈ ਨਿਸਤਾਰਾ। ਅਗਲਾ ਸ਼ਬਦ ਹੈ ਸਿੱਖੀ ਅਵਧ ਨਾ ਇਸ ਤੇ ਪਰੇ, ਇਹ ਸਿੱਖੀ ਕੀ ਸੀਮਾ ਹੈ, ਇਦੋਂ ਵੱਧ ਸਿੱਖੀ ਕਿੰਨੇ ਕਮਾ ਲੈਣੀ ਹੈ। ਅਗਲੇ ਸ਼ਬਦ ਪਤਾ ਹੈ ਕੀ ਕਹਿਣ ਲੱਗੇ, ਨਾਮ ਲੈਤ ਗਨ ਬਿਗਨ ਸੋਹਰੈ। ਜਿਹੜਾ ਧੰਨ ਬਾਬਾ ਬੁੱਢਾ ਸਾਹਿਬ ਕਹੇਗਾ ਉਹਦੇ ਪਾਪ ਕੱਟੇ ਜਾਣ। ਹੁਣ ਇੱਥੇ ਸਵਾਲ ਹੈ ਜੀ, ਨਾਮ ਪਾਪ ਕੱਟਦਾ? ਹਾਂ ਨਹੀਂ, ਜਪਣ ਵਾਲੇ ਦਾ ਨਾਮ ਲਈਏ ਤਾਂ ਵੀ ਕੱਟੇ ਜਾਂਦੇ ਆ। ਤੁਧ ਧਿਆਇਨ ਤੁਧ ਧਿਆਇਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ। ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਬਾਬਾ ਬੁੱਢਾ ਸਾਹਿਬ ਗੋਇੰਦਵਾਲ ਸਾਹਿਬ ਲੈ ਕੇ ਆਏ, ਗੁਰੂ ਰਾਮਦਾਸ ਜੀ ਨੂੰ ਗੁਰਿਆਈ ਮਿਲੀ। ਬਾਬਾ ਬੁੱਢਾ ਸਾਹਿਬ ਗੋਇੰਦਵਾਲ ਸਾਹਿਬ ਤੋਂ ਗੁਰੂ ਕੇ ਚੱਕ ਚਲੇ ਗਏ। ਉਹ ਬੇਰੀ ਅੱਜ ਵੀ ਪ੍ਰਕਰਮਾਂ ਵਿੱਚ ਮੌਜੂਦ ਹੈ, ਜਿੱਥੇ ਬਜ਼ੁਰਗ ਨੇ ਬੈਠ ਕੇ ਸੇਵਾ ਕੀਤੀ। ਇੱਥੇ ਇਹਨਾਂ ਦੀ ਟੋਕਰੀ ਦੀ ਬਰਕਤ ਨਾਲ ਇਹਨੂੰ ਕੋਈ ਨਹੀਂ ਝੁਠਲਾ ਸਕਦਾ। ਜਹਾਂਗੀਰ ਦੀਆਂ ਬੇਗਮਾਂ ਦਾ ਸ਼ਾਹੀ ਹਕੀਮ ਵਜ਼ੀਰ ਖਾਂ ਠੀਕ ਹੋਇਆ ਸੀ। ਬਾਬਾ ਬੁੱਢਾ ਸਾਹਿਬ ਗੁਰੂ ਅਰਜਨ ਦੇਵ ਦੇ ਵੇਲੇ ਆਪ ਨਾਲ ਨੇ। ਥੋੜੀ ਜਿਹੀ ਮੈਂ ਬੇਨਤੀ ਕਰਾਂ, ਪਿਰਥੀਏ ਨੂੰ ਜੇ ਕਿਸੇ ਨੇ ਝਿੜਕਿਆ, ਪਿਤਾ ਸਾਹਮਣੇ ਬੋਲੇ, ਪਰ ਜਦੋਂ ਬਹੁਤ ਸਿਰੇ ਚੜ ਕੇ ਬੋਲਣ ਲੱਗ ਪਿਆ, ਇੱਕ ਦਿਨ ਬਾਬਾ ਬੁੱਢਾ ਸਾਹਿਬ ਨੇ ਸ਼ਬਦ ਵਰਤਾ 20 ਰਸ ਚ ਆ ਕੇ, ਜਦੋਂ ਨੇ ਕਿਹਾ ਮੈਂ ਇੰਨੀ ਸੇਵਾ ਕਰਨਾ,
वैसे गुरु रामदास वेले क्या, मैं आ सेवा करना, मसंद सामना, मैं कारीगर सामना। बाबा बुढ़ा साहब ने खलो के गुरु रामदास दे सामने क्या, बिना निम्रता होए ना सेवा, सेवा कहाँ महा अमेवा, तू कादी सेवा करना, तेरे तो वड्डा हंकारी कोई नहीं। आपनू पता होवे पिपली साहब गुरुद्वारा अमृतसर गए हो गए, इन्हें लंगर मस्ताने कराते। बाबा बुढ़ा साहब उत्थे पहरा दिता चौकी बना के, संगत नूं क्या, गुरु अर्जुन देव गुरु ने पिरथिया कपट कर रहा है। बाबा बुढ़ा साहब फिर जिहड़ी ये भीड़ सी, कुछ कहंदे अकबर वालों दित्ती, किन्ने पिंड सन इहदे विच, धन बाबा बुढ़ा साहब जी बीड़ साहब दे विच सेवा करते सन। आप थोड़ा जिहा मैनूं टाइम दिओ आप जी, मैं पिछोकड़ तां चलिया वां जी, इस महान शख्सियत नूं फिर मैं अर्ज करांगा। 6 पातशाहियां नूं अखीं वेख्या जिसने, कि गुरु नानक साहब दे 100 अद्धा 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 गुरु इतिहास बाबा बुढ़ा जी अंदर समेट के बैठे ने। जे गुरु हरगोबिंद साहब महाराज उन्हां दा जन्म अरदास नाल हुंदा है, ते याद रखो बाबा बुढ़ा जी ने जदों चोला त्याग्या, उदों गुरु तेग बहादुर ते गुरु हर राय साहब दा जन्म हो चुका सी। गुरु तेग बहादुर साहब नूं गुरमुखी बाबा बुढ़ा जी ने पढ़ाई जी, ते गुरु हरगोबिंद साहब नूं उन्हां ने पढ़ाया। धन बाबा बुढ़ा साहब बीड़ साहब च रहिंदे ने जी, उत्थे गुरु घर दे मझां डंगर फसल उत्ते हुंदी है, बंदगी करदे आ, आप हत्थीं हल वाहंदे ने। आ जिहड़ी मैं कल बेनती कीती माता गंगा जी नूं, जदों ये मेहणा मारिया गया, उस वक्त उन्हां क्या बाबा बुढ़ा साहब जी कोल। हुण असीं, मैं एक बेनती करांगा, तकरीबन जिन्हां नहीं लिखिया मैं उन्हां बारे कुछ नहीं कहना, क्योंकि मैं कोई अथॉरिटी नहीं, मैं फैसले दियां, पर जिहड़ी गल मैं मन रहा मैं उहदी जरूर गल करांगा। सचमुच माता गंगा जी अमृतसर तो आए आ, रथ च सवार होके आए आ, पहला सब ने कहा है। इत्थों तक डॉक्टर कुलदीप सिंह धीर ने, चलो मैं ना की लैने सारे विद्वानां दे, आया ते धूड़ उड़दी आ रही सी रथ दी। हुण इत्थे बड़े सवाल मैं फिर दोबारा उत्तर नहीं देना। ज्ञानी हरबंस सिंह जी दे पोते मैनूं मिले, तुहाडे इत्थे रहिंदे आ, उन्हां ने जदों इस शब्द की व्याख्या की ना, सतगुर सच है दिया भेज, उहदे विच उन्हां कहा गुरसिखो पढ़ के देखो टीका। वो कहंदे शाह हुसैन नेड़े रहिंदा सी गोइंदवाल दे, वो शाह हुसैन दूजा नहीं, ये फकीर सी। गुरु अमरदास जी दा रोज दही लैके आउंदा, सिख उहदी लत्त नहीं सी काम करदी, ते उन्हें एक बारी उहदी जिहड़ी सोटा सी वो खोह लिया। उन्हें कहा जे तेरा गुरु समर्थ है तेरी लत्त ठीक कर दे। उन्हें कहा मेरा तो कभी ध्यान ही नहीं गया लत्त वाल, तू मेरा सोटा दे दे। जदों नहीं मन्निया गुरु अमरदास जी कोल गया, महाराज ने कहा देरी ना क्यों है, कहता महाराज अज उन्हें कहा तेरा गुरु समर्थ है ते लत्त ठीक कर दे। महाराज कहते शाह हुसैन कोल चला जा, उन्होंने तोड़ दिता। इतिहास कहता शाह हुसैन फकीर गालां बड़ियां करदा सी, मारदा बड़ा सी। वो जदों गया जी कहता मैनूं गुरु अमरदास जी ने भेजिया लत्त ठीक कर दिओ, सारे इतिहासां लिखिया। उन्हें कहा मैं वैद हाँ, उन्हें कहा मैनूं भेजिया है, कहते उन्हें चुक के डांग जो मारी ठा करके वो सिख भज्या, सच्ची मुच्ची उसकी लत्त ठीक हुई। वो कहता जान लग्या गल सुन जा मेरी, लोकां नूं इत्थे ना ले आवीं, सच वे ठीक करन वाला होवे, मैं ओदे चरनां दी धूड़ा मैनूं ते बख्शीश दे गया है। कि गुरु गोबिंद सिंह सीधी नागणी नहीं मार सकते? बचित्र सिंह नूं थापड़ा दे के कहंदे ने मेरा सिख दीयां तवियां पाड़ के आएगा। कि छज्जू झूर तो अर्थ तो पहला गुरु हरकृष्ण साहब लाल चंद नूं चेंज नहीं कर सकते? कहंदे जा ओए तू लै आ जेड़ा सब तो बंदा जिन्हों कोई समझ नहीं, ਉਹਦੇ सिर ते छड़ी रख के अर्थ करा दिते। गुरु दी खेड नूं असीं समझीए दे कौतक दे। मेरी बेनती है, पहली बार गए आ, इतिहास कहंदा धूड़ सी, रथ सी, मां बाबा जी बैठे, अस्सों दा महीना जी, ते तुहानूं पता अस्सों दे महीने झोना हो जांदा है, बदल जांदा मौसम, झोने दे किनारे बैठे आ, मक्की खे, चरी खे, बाजरा खे, धूड़ उड़दी देखी, आवाज़ दिती ये धूड़ कादी है जी, साडे जानवर डरन लग पे। उत्तर मिलिया महाराज माता गंगा जी हस के कहने गुरु क्या नूं भाजना कादियां पै गईयां, सच्ची मुच्ची
ਉਦੋਂ ਸੂਲੀ ਚੜ੍ਹ ਕੇ ਆਇਆ ਤੇ ਗੁਰੂ ਪਰਿਵਾਰ ਅੰਮ੍ਰਿਤਸਰ ਛੱਡ ਕੇ ਵਡਾਲੀ ਚਲਾ ਗਿਆ ਸੀ। ਮੇਰੀ ਫਿਰ ਬੇਨਤੀ ਜੇ, ਠੀਕ ਹੈ ਨਾ ਕੋਈ ਮੰਨੇ, ਉਹਦੀ ਆਪਣੀ ਪ੍ਰੋਬਲਮ ਹੋ ਸਕਦੀ। ਵਾਪਸ ਗੁਰੂ ਕੀ ਵਡਾਲੀ ਜਨਮ ਹੋਇਆ ਗੁਰੂ ਹਰਗੋਬਿੰਦ ਸਾਹਿਬ ਦਾ। ਜਦੋਂ ਗਏ, ਵਾਪਸ ਗਏ, ਗੁਰੂ ਅਰਜਨ ਦੇਵ ਜੀ ਨੇ ਕਿਹਾ ਕੀ ਹੋਇਆ? ਕਹਿੰਦੇ ਉਹਨਾਂ ਨੇ ਤੇ ਅੱਜ ਕਿਹਾ, ਕਹਿਣ ਲੱਗੇ ਗੰਗਾ ਜੀ ਇਹਦੇ ਤੋਂ ਆਪਾਂ ਸੋਝੀ ਕਿਉਂ ਨਾ ਲੈ ਲਈਏ। ਹੁਣ ਜੇ ਆਪਾਂ ਕਹੀਏ ਗੁਰੂ ਪਤਾ ਨਹੀਂ ਸੀ ਗੁਰੂ ਇਸਤਰੀ ਨੂੰ ਸੇਵਾ ਕਿਵੇਂ ਕਰਨੀ ਹੈ, ਨਹੀਂ ਗੁਰਮੁਖੋ, ਗੁਰੂ ਸਾਨੂੰ ਹਰ ਕਰਮ ਦੇ ਵਿੱਚ ਸਮੱਤ ਦਿੰਦੇ ਆ। ਕਹਿਣ ਲੱਗੇ ਗੰਗਾ ਜੀ ਕਿਸੇ ਸਾਧੂ ਕੋਲ ਪੂਰਨ ਪੁਰਖ ਕੋਲ ਜਾਈਏ, ਹਉਮੈ ਨਹੀਂ। ਫਿਰ ਮੇਰੀ ਬੇਨਤੀ ਹੈ ਉੱਥੇ ਨਿਮਰਤਾ ਸਹਿਤ ਜਾਓ। ਇੱਕ ਕੰਮ ਕਰੋ, ਆਪਣੇ ਹੱਥੀਂ ਦਾਣੇ ਪੀਓ, ਆਪਣੇ ਹੱਥੀਂ ਮਿੱਸੇ ਪ੍ਰਸ਼ਾਦੇ ਤਿਆਰ ਕਰੋ, ਆਪਣੇ ਹੱਥੀਂ ਦੁੱਧ ਨੂੰ ਜਾਗ ਲਾਓ, ਆਪਣੇ ਹੱਥੀਂ ਦਹੀਂ ਮੱਖਣ ਲੈ ਕੇ ਜਾਓ। ਉਹਨੇ ਕੋਈ ਪਕਵਾਨ ਨਹੀਂ ਚਾਹੀਦੇ, ਉਹਨਾਂ ਨੂੰ ਖੀਰਾ ਮਾਲ ਪੂੜੇ ਨਹੀਂ ਚਾਹੀਦੇ। ਉਹ ਖੇਤੀ ਕਰਨ ਵਾਲਾ ਇੰਦਰੀਜਿਤ ਸਿੱਖ ਹੈ। ਪਿਆਜ਼ ਗੰਢਾ ਭੰਨ ਕੇ ਨਹੀਂ ਲਿਜਾਣਾ, ਉਸ ਤਰ੍ਹਾਂ ਹੀ ਲੈ ਜਾਇਓ। ਮੈਂ ਆਪ ਨੂੰ ਬੇਨਤੀ ਕਰਾਂ ਗੁਰਮੁਖੋ, ਇਹ ਕਿੱਡੀ ਵੱਡੀ ਗੱਲ ਹੈ। ਅਸੀਂ ਇਹ ਸਾਖੀ ਤਾਂ ਕਹਿ ਦਿੱਤੀ। ਅੱਜ ਆ ਬਾਹਰ ਹੈ ਜੇ ਸੇਵਾ ਹੁੰਦੀ ਪਈ ਹੈ, ਵਾਹਿਗੁਰੂ ਦੀ ਕਿਰਪਾ, ਤੁਸੀਂ ਸੰਗਤਾਂ ਕਰ ਦਿਓ। ਇੰਡੀਆ ਦਾ ਭੋਗ ਪੈ ਗਿਆ ਜੀ ਤਕਰੀਬਨ ਅਮੀਰਾਂ ਦੇ ਗੁਰਦੁਆਰਿਆਂ 'ਚ। ਹਲਵਾਈ ਆਉਂਦਾ ਹੈ, ਬਫੇ ਲੱਗੇ ਆ, ਛਕ ਕੇ ਤੁਰ ਜਾਂਦੇ, ਫਿਰ ਮੱਤ ਵੀ ਓਨੀ ਕੁ ਆਉਂਦੀ ਹੈ। ਗੁਰਮੁਖੋ ਗੱਲ ਚੇਤੇ ਰੱਖਿਓ, ਜਿਸ ਦਾਣੇ ਦੇ ਉੱਤੇ ਘਰ ਵਿੱਚ ਹੋਵੇ, ਗੁਰਦੁਆਰੇ ਹੋਵੇ, ਜਿਸ ਦਾਣੇ ਦੇ ਉੱਤੇ ਗੁਰੂ ਕੀ ਬਾਣੀ ਦਾ ਪਾਠ ਹੋਵੇਗਾ, ਉਹ ਦਾਣਾ ਬੰਦੇ ਦੇ ਅੰਦਰ ਮਾੜੇ ਫੁਰਨੇ ਕਦੀ ਨਹੀਂ ਪੈਦਾ ਕਰੇਗਾ। ਕਿਉਂਕਿ ਅੰਨ ਦੇ 3 ਹਿੱਸੇ ਹੁੰਦੇ ਆ। ਇੱਕ ਅੰਨ ਦਾ ਹਿੱਸਾ ਹੁੰਦਾ ਹੈ ਐਨਰਜੀ ਮਿਲਦੀ ਹੈ, ਦੂਜਾ ਅੰਨ ਦਾ ਹਿੱਸਾ ਹੁੰਦਾ ਮਲ ਬਣ ਜਾਂਦਾ ਹੈ, ਤੀਜਾ ਅੰਨ ਦਾ ਸਭ ਤੋਂ ਸੂਖਸ਼ਮ ਹਿੱਸਾ ਹੁੰਦਾ ਥਾਟ, ਖਿਆਲ, ਜਿਹਨੂੰ ਕਹਿੰਦੇ ਜੈਸਾ ਅੰਨ ਤੈਸਾ ਮਨ। ਸੰਤਨ ਕਾ ਦਾਨਾ ਰੂਖਾਂ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਮਾਤਾ ਜੀ ਨੇ 7 ਬਚਨ ਕਿਹਾ, ਸਵਖਤੇ ਉੱਠੇ। ਗੁਰਮੁਖੋ ਆਪਣੇ ਹੱਥੀ ਉਹਨਾਂ ਨੇ ਦਾਣੇ ਪਾ ਕੇ ਚੱਕੀ ਨਾਲ ਆਟਾ ਪੀਆ, ਆਪਣੇ ਹੱਥੀ ਰਾਤ ਦੁੱਧ ਜਮਾਇਆ, ਮਿੱਸੇ ਪ੍ਰਸ਼ਾਦੇ ਤਿਆਰ ਕੀਤੇ, ਦਹੀਂ ਨਾਲ ਲੈ ਲਿਆ, ਲੱਸੀ ਦਾ ਕੁੱਜਾ ਲੈ ਲਿਆ, ਨਾਲ ਗੰਢੇ ਲੈ ਲਏ, ਸਿਰ ਤੇ ਰੱਖ ਕੇ ਬੀੜ ਬਾਬਾ ਬੁੱਢਾ ਸਾਹਿਬ ਦੀ ਆਉਂਦੇ ਪਏ ਨੇ। ਬਾਬਾ ਜੀ ਅੱਜ ਫਿਰ ਵੱਟ ਤੇ ਬੈਠੇ ਆ, ਮਾਤਾ ਜੀ ਤੁਰੇ ਹੁੰਦੇ ਆ। ਪਤਾ ਨਹੀਂ ਅੱਜ ਕੀ ਅੰਦਰ ਨੂੰ ਬੇਬਲਤਾ ਲੱਗੀ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਵੇਖਦੇ ਪਿਆ, ਮਾਤਾ ਗੰਗਾ ਜੀ ਨਜ਼ਦੀਕ ਆ ਗਏ। ਇਤਿਹਾਸ ਕਹਿੰਦਾ ਕੱਲ ਨਹੀਂ ਸੀ ਇਸ ਤਰ੍ਹਾਂ ਕੀਤਾ, ਅੱਜ ਇੱਕੋ ਦਮ ਉੱਠ ਖਲੋਤੇ ਤੇ ਵੇਖਿਆ ਮਾਤਾ ਜੀ ਦੇ ਸਿਰ ਤੇ ਕੁੱਜਾ ਹੈ, ਰੋਟੀਆਂ ਦਿਸਦੇ ਪੈਂਦੀਆਂ ਪੂਣੇ 'ਚ ਬੰਨੀਆਂ ਜੀ, ਜਿਵੇਂ ਆਮ ਕਿਰਸਾਨਾਂ ਲਿ ਜਾਂਦੀਆਂ ਨੇ, ਪੂਣੇ 'ਚ ਵੱਜੀਆਂ। ਵੇਖ ਕੇ ਨੱਚ ਪਏ। ਮਾਤਾ ਜੀ ਨੂੰ ਕਹਿੰਦੇ ਨੇ, ਮਾਂ ਜੀ, ਮਾਂ ਨੂੰ ਪਤਾ ਹੁੰਦਾ ਪੁੱਤਰ ਦੀਆਂ ਆਂਦਰਾਂ ਨੂੰ ਭੁੱਖ ਲੱਗੀ, ਅੱਜ ਬੜੀ ਭੁੱਖ ਲੱਗੀ ਸੀ, ਤੁਹਾਡਾ ਰਾਹ ਪਿਆ ਵੇਂਦਾ ਸਾਂ, ਬਹੁਤ ਭੁੱਖ ਲੱਗੀ ਹੈ। ਗੁਰਮੁਖੋ ਉਸ ਵਕਤ ਮਾਤਾ ਜੀ ਨੇ ਜਦੋਂ ਸ਼ਬਦ ਸੁਣੇ ਇਸ ਮਹਾਂਪੁਰਖ ਦੇ, ਕਹਿੰਦੇ ਬੜੀ ਭੁੱਖ ਲੱਗੀ ਮਾਂ ਅੱਜ। ਮਾਤਾ ਜੀ ਨੇ ਆਪਣਾ ਕੁੱਜਾ ਲੱਸੀ ਵਾਲਾ ਜੋ ਭਾਂਡਾ ਜੇ ਥੱਲੇ ਲਾਇਆ, ਖੋਲ ਕੇ ਪੂਣਾ, ਹੱਥਾਂ 'ਚ ਪ੍ਰਸ਼ਾਦਾ ਪਕੜ ਕੇ, ਹੱਥਾਂ 'ਚ ਜੀ ਬੜਾ ਸਵਾਦ ਸੀ। ਹੋਏ ਬੜੇ ਸੋਹਣੇ ਭਾਂਡੇ ਆ ਗਏ ਨੇ। ਜਿਟੀ ਰੋਡ ਉੱਤੇ ਲੰਗਰ ਲੱਗਾ ਹੁੰਦਾ ਸੀ, ਲੋਹ ਦਾ ਪ੍ਰਸ਼ਾਦਾ ਹੁੰਦਾ ਸੀ, ਉੱਤੇ ਧੂੜ ਜੰਮੀ ਹੁੰਦੀ ਸੀ ਆਟੇ ਦੀ, ਮਾਂ ਛੋਲਿਆਂ ਦੀ ਦਾਲ ਪਾਉਂਦੇ ਸਨ, ਅੱਧੀ ਉਂਗਲਾਂ 'ਚੋਂ ਨਿਕਲ ਜਾਂਦੀ ਸੀ। ਉਹਦੇ ਵਰਗਾ ਸਵਾਦ ਤਾਂ ਕਿਸੇ ਵੀ ਲੰਗਰ 'ਚੋਂ ਨਹੀਂ ਸੀ ਹੁੰਦਾ। ਉਹਨਾਂ ਨੇ ਹੱਥਾਂ ਨਾਲ ਪ੍ਰਸ਼ਾਦਾ 'ਚ ਦਿੱਤਾ, ਨਾਲ ਗੰਢਾ ਫੜਾ ਦਿੱਤਾ, ਲੱਸੀ ਦਿੱਤੀ, ਮੱਖਣ ਉੱਤੇ ਰੱਖਿਆ। ਜਦੋਂ ਰੋਟੀ ਤੋੜ ਕੇ ਮੁੱਖ 'ਚ ਪਾਈ, ਮਹਿਮਾ ਪ੍ਰਕਾਸ਼ ਨੇ ਕੁਝ ਹੋਰ ਲਿਖਿਆ, ਗੁਰਬਿਲਾਸ ਵਿੱਚ ਕੁਝ ਹੋਰ ਹੈ। ਕਹਿੰਦੇ ਬਾਬਾ ਜੀ ਬਹੁਤ ਪ੍ਰਸੰਨ ਸਨ। ਜਦੋਂ ਰੋਟੀ ਖਾਣ ਲੱਗੇ, ਬੁਰਕੀ ਇੱਕ ਭਰ ਲਈ, ਗੰਢੇ ਨੂੰ ਹੱਥ ਪਾਇਆ, ਮਾਤਾ ਜੀ ਨੇ ਦੇਖਿਆ ਦੇ ਪ੍ਰਸੰਨ। ਕਹਿੰਦੇ ਨੇ, ਸਾਈਂ ਵਾਲਿਓ, ਪਹੁੰਚਾਂ ਵਾਲਿਓ, ਮੈਂ ਬੇਨਤੀ ਕਰਨ ਆਈ ਹਾਂ ਜੀ, ਦੱਸੋ। ਕਹਿੰਦੇ ਨੇ, ਸੰਤਾਨ ਨਹੀਂ। ਅੱਗੋਂ ਹੱਸ ਕੇ ਕਹਿੰਦੇ ਨੇ, ਮੈਂ ਤਾਂ ਵਾਹੀ ਕਰਨ ਵਾਲਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਇੱਕ ਸਿੱਖ ਹਾਂ, ਮੈਂ ਕਿਹੜਾ ਪੜ੍ਹਿਆ ਵਾਂ। ਗੁਰੂ ਅਰਜਨ ਦੇਵ ਸਭ ਕੁਝ ਸਮਰੱਥ ਨੇ, ਸਭ ਕੁਝ ਉਹਨਾਂ ਦੇਣਾ ਹੈ।
ਕਹਿਣ ਲੱਗੇ ਨਹੀਂ, ਉਹਨਾਂ ਨੇ ਤੁਹਾਡੇ ਕੋਲ ਭੇਜਿਆ ਹੈ। ਸ਼ਬਦ ਯਾਦ ਰੱਖਿਓ, ਉੱਥੇ ਕਹਿੰਦੇ ਆ ਖਜ਼ਾਨੇ ਗੁਰੂ ਅਰਜਨ ਦੇਵ ਕੋਲ ਨੇ, ਗੁਰੂ ਨਾਨਕ ਸਾਹਿਬ ਦਾ ਘਰ ਹੈ। ਮੈਨੂੰ ਤੇ ਦਰਵਾਜ਼ਾ ਖੋਲਣ ਵਾਸਤੇ ਉਹਨਾਂ ਕਹਿ ਦਿੱਤਾ, ਮਾਂ ਤੇਰੇ ਘਰ ਪੁੱਤਰ ਜਨਮ ਲਏਗਾ। ਉੱਥੇ ਮਹਿਮਾ ਪ੍ਰਕਾਸ਼ ਕਹਿੰਦੇ ਆ ਅਜੇ ਗੰਢਾ ਹੱਥ 'ਚ ਪਕੜਿਆ ਤੇ ਆਹ ਪੌੜੀ, ਆਹ ਸੁਖਮਨੀ ਸਾਹਿਬ ਦੀਆਂ ਤੁਕਾਂ ਪੜੀਆਂ। ਕਹਿਣ ਲੱਗੇ, ਮਾਂ ਐਸਾ ਪੁੱਤਰ ਜਨਮ ਲਏਗਾ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਬ ਮੈਂ ਤਪੀਸਰ, ਗ੍ਰਿਸ਼ਤ ਮੈਂ ਭੋਗੀ। ਸ਼ਬਦ ਫਿਰ ਵਰਤਿਆ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਬ ਮੈਂ ਤਪੀਸਰ, ਗ੍ਰਿਸ਼ਤ ਮੈਂ ਭੋਗੀ। ਇੱਕੋ ਦਮ ਉਸ ਗੰਡਾ ਤੋੜਦੇ ਸਾਂ ਇਸ ਤਰ੍ਹਾਂ ਪਹਿਲਾਂ ਪੂਰੇ ਜ਼ੋਰ ਨਾਲ, ਜਦੋਂ ਇੱਕ ਪਾਸੇ ਗਿਆ ਪੁੱਤਰ ਜਨਮ ਲਏਗਾ, ਪੂਰੇ ਜ਼ੋਰ ਨਾਲ ਮੁੱਕੀ ਮਾਰੀ, ਗੰਡੇ ਦੀ ਬੱਚੀ ਵਿੱਚੋਂ ਨਿਕਲ ਗਈ। ਬੱਚੀ ਸਮਝਿਆ ਨਾ, ਵਿੱਚੋਂ ਨਿੱਕਾ ਜਿਹਾ ਗੰਡਾ ਪੁੜਕ ਕੇ ਬਾਹਰ ਪਿਆ। ਗੁਰਬਿਲਾਸ ਵਾਲਾ ਕਹਿੰਦਾ ਹੈ ਉਹ ਨਿਕਲਣ ਦੀ ਦੇਰ ਸੀ। ਕਹਿਣ ਲੱਗੇ, ਮਾਂ ਤੁਮਰੇ ਗ੍ਰਹਿ ਪ੍ਰਗਟੇ ਕੋ ਜੋਧਾ, ਜਾਂ ਕੋ ਬੋਲ ਗੁਣ ਕਿਨੂੰ ਨਾ ਸੋਧਾ। ਤੇਰੇ ਘਰ ਵਿੱਚ ਮਾਂ ਬਲੀ ਜੋਧਾ ਸੂਰਮਾ ਹੋਵੇਗਾ, ਜਿਹਦੀ ਤਾਕਤ ਨੂੰ ਕੋਈ ਵੰਗਾਰ ਨਹੀਂ ਸਕੇਗਾ। ਤੇਰੇ ਘਰ ਮਾਂ ਬਲੀ ਸੂਰਮਾ ਪੈਦਾ ਹੋਵੇਗਾ, ਜਿਹਦੀ ਤਾਕਤ ਨੂੰ ਕੋਈ ਨਹੀਂ ਵਿਗਾੜ ਸਕੇਗਾ। ਨਾਲ ਹੱਸ ਕੇ ਕਹਿਣ ਲੱਗੇ, ਮਾਂ ਤੂੰ ਗੰਡਾ ਲਿਆਈ ਹੈ, ਜਿਵੇਂ ਗੰਡੇ ਤੇ ਮੁੱਕੀ ਮਾਰੀ ਇਹਦਾ ਸਿਰ ਭੱਜ ਗਿਆ, ਤੇਰਾ ਪੁੱਤਰ ਜ਼ਾਲਮਾਂ ਦਾ ਸਿਰ ਭੰਨਣ ਵਾਲਾ ਪੈਦਾ ਹੋਵੇਗਾ। ਮਾਤਾ ਜੀ ਨੇ ਪ੍ਰਸ਼ਾਦਾ ਛਕਾਇਆ, ਉਹ ਮਹਾਂਪੁਰਖ ਪ੍ਰਸੰਨ ਹੋ ਗਏ। ਮੈਂ ਬੇਨਤੀ ਕਰਾਂ, ਇੱਥੇ ਕੈਨੇਡਾ ਮੈਂ ਜਾਣਾ ਸਤੰਬਰ 'ਚ ਹਰ ਸਾਲ, ਭਾਈ ਨਰਿੰਦਰ ਸਿੰਘ ਹੋਣੀ ਬਾਬਾ ਬੁੱਢਾ ਸਾਹਿਬ ਦੀ ਯਾਦ ਮਨਾਉਂਦੇ, ਜਿਸ ਨੂੰ ਪਤਾ ਤੁਹਾਨੂੰ। ਉੱਥੇ ਇਹ ਹੁਣ ਇਹ ਕਹਿਣਗੇ ਫਿਰ ਧੀ ਕਿਉਂ ਨਾ ਮੰਗੀ। ਯਾਦ ਰੱਖਿਓ, ਉੱਥੇ ਇੱਕ ਬੀਬੀ ਆਈ ਜੀ, ਉਹਨਾਂ ਦੇ ਘਰ ਸੰਤਾਨ ਨਹੀਂ ਸੀ, ਸਿਰਫ ਉੱਥੇ ਉਹ ਲੰਗਰ ਲੈ ਕੇ ਆਉਂਦੇ ਆ। ਅਰਦਾਸ ਕੀਤੀ, ਪਰਮਾਤਮਾ ਨੇ ਕਈ ਸਾਲਾਂ ਬਾਅਦ ਉਹਨਾਂ ਦੀ ਕੁੱਖ ਨੂੰ ਭਾਗ ਲਾਇਆ ਹੈ। ਮੈਂ ਕੱਲ ਵੀ ਆਪ ਨੂੰ ਕਿਹਾ, ਜੇ ਹਾਂ ਜਿਹੜਾ ਇਹ ਕਹਿੰਦਾ ਨਹੀਂ ਪੁੱਤਰ ਧੀਆਂ ਦੀ ਕੋਈ ਲੋੜ ਨਹੀਂ, ਗੁਰਬਾਣੀ 'ਚ ਦੋਨੋਂ ਪੱਖ ਨੇ। ਇੱਕ ਪਾਸੇ ਹਰ ਕਾ ਬਾਗਰਾ ਹੈ, ਇਹ ਪੁੱਤਰ ਧੀਆਂ ਰੱਬ ਦੀ ਦਾਤ ਨੇ, ਮੋਹ 'ਚ ਨਹੀਂ ਪੈਣਾ। ਦੂਜਾ ਪੱਖ ਇਹ ਵੀ ਇਹ ਜਨ ਪਿਤਾ ਲੋਕ ਸਦਵੰਤਾ ਕੋਏ ਨਾ ਕਿਸ ਕੀ ਤਰਿਆ। ਮਾਤਾ ਗੰਗਾ ਜੀ ਅਤ ਦੇ ਪ੍ਰਸੰਨ ਹੋ ਗਏ। ਵਾਪਸ ਆਏ ਤੁਰਦਿਆਂ ਕਹਿੰਦੇ, ਮਾਂ ਜੀ ਮੈਂ ਕੁਛ ਨਹੀਂ ਕੀਤਾ, ਸੱਚ ਇਹ ਵੇ ਗੁਰੂ ਨਾਨਕ ਸਾਹਿਬ ਆਪਣੀ ਦਾਤ ਆਪ ਲੈ ਕੇ ਆ ਰਹੇ ਆ। ਇਹ ਸ਼ਬਦ ਕਹਿ ਮੈਂ ਨਹੀਂ, ਹਉਮੈ 'ਚ ਨਹੀਂ ਜੀ, ਹੁਕਮ 'ਚ ਅਦਾਤ ਆ ਰਹੀ ਹੈ। ਮਾਤਾ ਜੀ ਅਜੋ ਖਿੜੇ ਮੱਥੇ ਘਰ ਪਹੁੰਚੇ, ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਮਿਲੇ, ਪੁੱਛਿਆ ਕਿ ਅੱਜ, ਕਹਿਣ ਲੱਗਿਆ ਜੇ ਇੰਨੇ ਪ੍ਰਸੰਨ ਸਨ। ਇਤਿਹਾਸ ਤਾਂ ਕਹਿੰਦਾ ਉਸ ਵਕਤ ਬਿਜਲੀ ਚਮਕੀ ਸੀ, ਬੱਦਲ ਗਰਜਿਆ ਸੀ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਚਮਕਦੀ ਬਿਜਲੀ ਵੱਲ ਦੇਖ ਕੇ ਕਿਹਾ, ਇਹੋ ਜਿਹੀਆਂ ਇਹਦੀਆਂ ਤਲਵਾਰਾਂ ਚਮਕਣ ਕਰਨਗੀਆਂ। ਘਰ ਗਏ, ਦੱਸਿਆ ਅੱਜ ਬਹੁਤ ਖੁਸ਼ ਸਨ, ਸਾਨੂੰ ਵੇਖ ਕੇ ਨੱਚ ਉੱਠੇ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਅਰਦਾਸ। ਮੈਂ ਚਲੋ ਕੱਲ ਫਿਰ ਥੋੜ੍ਹੀ ਜਿਹੀ ਬੇਨਤੀ ਕਰਾਂਗਾ। ਤਰਕ ਨਾਚਾ, ਤਰਕ ਨਾਚਾ ਤਰਕ ਨਾ ਕਰ। ਸਿੱਖਾਂ ਦੇ ਜੀਵਨ ਨੇ। ਗੁਰਮੁਖੋ, ਜੇ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਗੇ ਫਿਰ ਰੋਜ਼ ਅਰਦਾਸ ਕਿਉਂ ਕਰਨੇ ਆ। ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਤਿਗੁਰੂ ਕਿਰਪਾ ਕਰੇ ਕੱਲ ਨੂੰ ਇਸ ਤੋਂ ਅੱਗੇ ਹਜ਼ੂਰ ਦਾ ਆਗਮਨ, ਕਿਉਂਕਿ ਦਿਨ ਨੇ ਪੂਰੇ ਜੇ ਆਪਣੇ ਕੋਲ, ਕਿਉਂਕਿ ਬੜੇ ਪ੍ਰਸੰਗ। ਗੁਰੂ ਹਰਗੋਬਿੰਦ ਸਾਹਿਬ ਦੀ ਹਿਸਟਰੀ ਤਾਂ ਬਹੁਤ ਲੰਮੀ ਹੈ ਜੀ, ਬਹੁਤ ਲੰਮੇਰੀ ਹੈ। ਉਹਨਾਂ ਦੇ ਪ੍ਰੇਮ ਭਰੇ ਪ੍ਰਸੰਗ, ਕਿੰਨੀਆਂ ਕਿੰਨੀਆਂ ਰਹਿਮਤਾਂ ਉਹਨਾਂ ਕੀਤੀਆਂ, ਇਹ ਆਪਾਂ ਕੱਲ ਨੂੰ ਵੇਖਾਂਗੇ। ਆਪ ਸਭ ਸੰਗਤ ਦਾ ਧੰਨਵਾਦ। ਅਰਦਾਸ ਕਰਿਓ, ਮਾਲਕ ਤੰਦਰੁਸਤੀ ਅਰੋਗਤਾ ਬਖਸ਼ੇ। ਤੁਹਾਡੀ ਸੇਵਾ ਮੈਂ ਭਾਵਨਾ ਸਹਿਤ ਕਰਦਾ ਰਹਾਂ। ਆਓ ਜੀ, ਮੈਂ 3-4 ਮਿੰਟ ਹੀ ਲਾਣੇ, ਯਾਦੇ ਨਹੀਂ, ਮੈਨੂੰ ਪਤਾ ਵੀ ਸਮਾਂ ਕਾਫੀ ਹੋ ਗਿਆ, 8:30 ਤੋਂ 8:35 ਹੋ ਗਿਆ। ਬਸ 5 ਮਿੰਟ ਲਾ ਦਿਓ ਜੀ, 5 ਵਾਰੀ। ਪਹਿਲਾਂ ਦਾਸ ਬੋਲੇਗਾ, ਫਿਰ ਖਾਲਸਾ ਜੀ, ਤੁਸੀਂ ਤੀਜੇ ਹਿੱਸੇ ਵਿੱਚ ਬੀਬੀਆਂ। ਕਰੋ ਕਿਰਪਾ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਸਿੰਘ ਬੋਲੋ। ਸਾਰੀਆਂ ਬੀਬੀਆਂ ਭੈਣਾਂ ਬੋਲੋ ਜੀ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ ਵਾਹਿਗੁਰੂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ 'ਚ